का खालसा वाहिगुरु जी की फतेह। संगत जी आया जी आया नू। सो अज का साडा जिहड़ा टॉपिक है ये बड़ा इंटरस्टिंग होने वाला है साडे सारिਆਂ ਦੇ ਲਈ, क्योंकि ਆਪਾਂ किन्ना करते बंदा बाणी च भी जिक्र आंदा नानक दुखिया सब संसार ना, सारा ही संसार जिहड़ा दुखां च घिरिया होया। सो ये जिहड़े दुख सानू जीवन दे विच आउंदे ने कि ये ब्लैसिंग्स ने साडे ਲਈ। गुरबाणी विचों भी असीं समझांगे, जीवन दीयां घटनावां तो भी असीं समझांगे। बिल्कुल ये ब्लैसिंग्स ने। दुख गुरु नानक देव जी महाराज जी कहंदे ने दुख दारू, दुख तां दारू है, मैडिसन है, दवाई है। दुख दारू सुख रोग पिया, दुख दवाई बन जाते हैं जीवन दे विच। क्योंकि जो दुख आते हैं ना उदों थोड़ा असीं ठहरदे अपने कोल आने, बिल्कुल अपने कोल आने। एक उदों सानू चांस मिलता भी क्यों होया साडे नाल, क्वेश्चन भी इहदा मन दे विच, नहीं तो अपने तक असीं आउंदे ही नहीं। फिर बाणी विचों सानू समझ लगदी है कि क्यों आए सानू जीवन दे विच दुख। बाणी ने सानू कह दिता भी जो तू बीजिया उही तैनूं फल मिलना। क्योंकि जिहड़े 5 खंड ने ना, जिहड़े उच धरती दे विच महाराज ने जिहड़ा सानू धर्म खंड दे विच समझाया कि राती रुत्ती थित्ती वार, पवन पानी अग्नि पाताल, तिसवे धरती थाप रखी धर्मसाल। ये जिहड़ी धरती है ना, धर्म कमाउण दी जगह जिथे सानू भेजिया गया। असीं एक्चुअली आए इत्थे धर्म कमाउण दे लई। धर्म दा मतलब कि अपना जिहड़ा साडा अपना धर्म है, सैल्फ दा, साडी आत्मा दा जिहड़ा धर्म है उहदे नाल जुड़न दे लई असीं आए हां। अपने सैल्फ दे नाल, सच दे नाल, परमात्मा दे नाल, निज दे नाल, जिहनूं थिर घर वैसो कहा, अपने आप नाल असीं जुड़न लई आए सी। तां उस लई सानूं इह धर्म कमाउण लई भेजिया सी। ਉਹ ਧਰਮ ਜਿਹੜਾ ਕਮਾਇਆ ਜਾ ਸਕਦਾ ਰੱਬੀ ਕਾਨੂੰਨਾਂ ਅਨੁਸਾਰ ਚੱਲ ਕੇ, ਜਿਹੜੇ ਕਾਸਮਿਕ ਲਾਜ਼ ਨੇ, ਜਿਹੜੇ ਰੱਬੀ ਸਿਧਾਂਤ ਨੇ, ਉਹਨਾਂ ਮੁਤਾਬਕ ਚੱਲ ਕੇ ਹੀ ਅਸੀਂ ਆਪਣੇ ਆਪ ਦੇ ਨਾਲ ਜੁੜ ਸਕਦੇ। ਤਾਂ ਇਹ ਧਰਮਸ਼ਾਲਾ ਵਿੱਚ ਸਾਨੂੰ ਇਸੇ ਕਾਰਨ ਭੇਜਿਆ ਗਿਆ ਸੀ ਵੀ ਰੱਬੀ ਕਾਨੂੰਨਾਂ ਨੂੰ ਸਮਝਿਆ ਜਾਵੇ ਤਾਂ ਆਪਣੇ ਜੀਵਨ ਨੂੰ ਉਹਦੇ ਮੁਤਾਬਕ ਢਾਲਿਆ ਜਾਵੇ। ਔਰ ਇਸ ਧਰਤੀ ਤੇ ਇੱਕ ਅਟੱਲ ਜਿਹੜਾ ਕਾਨੂੰਨ ਹੈ, ਰੱਬੀ ਕਾਨੂੰਨ ਬੇਅੰਤ ਨੇ। ਅੱਜ ਅਸੀਂ ਦੇਖਾਂਗੇ ਕੀ ਕਾਨੂੰਨ ਨੇ, ਥੋੜੇ ਬਹੁਤ ਦਰਸ਼ਨ ਕਰਾਂਗੇ। ਲੇਕਿਨ ਜਿਹੜਾ ਇੱਕ ਅਟੱਲ ਕਾਨੂੰਨ ਹੈਗਾ, ਇੱਥੇ ਕੀ ਹੋਣਾ, ਕਰਮੀ ਹੋਏ ਵਿਚਾਰ। ਜੋ ਅਸੀਂ ਕਰਮਾਂ ਦੇ ਬੀਜ ਬੀਜਣੇ ਆ ਉਹਦਾ ਹੀ ਸਾਨੂੰ ਫਲ ਮਿਲਣਾ। ਇੱਥੇ ਜਿਹਾ ਬੀਜੇ ਸੋ ਲੁਣੇ ਕਰਮਾ ਸੰਦੜਾ ਖੇਤ, ਜਿਹਾ ਬੀਜੇ ਤੇਹਾ ਹੀ ਖਾਹੇ। ਸੋ ਜੋ ਅਸੀਂ ਕਰਮਾਂ ਦੇ ਬੀਜ ਬੀਜਣੇ ਆ ਉਹਦਾ ਫਲ ਸਾਨੂੰ ਮਿਲਣਾ ਹੀ ਮਿਲਣਾ। ਤੋ ਇਹ ਕਾਨੂੰਨ ਸਾਨੂੰ ਕਿੰਨਾ ਅਲਰਟ ਕਰਦਾ, ਕਿੰਨਾ ਅਵੇਅਰਨੈਸ ਵਿੱਚ ਲੈ ਕੇ ਆਉਂਦਾ, ਭਾਈ ਆਪਣੇ ਕਰਮਾਂ ਦਾ ਧਿਆਨ ਰੱਖੋ। ਤਿੰਨ ਤਰ੍ਹਾਂ ਕਰਕੇ ਸਾਡੇ ਕਰਮ ਬਣਦੇ ਨੇ। ਇੱਕ ਸਾਡੀ ਸੋਚ ਕਰਕੇ, ਇੱਕ ਸਾਡੇ ਸ਼ਬਦਾਂ ਕਰਕੇ, ਇੱਕ ਸਾਡੇ ਐਕਸ਼ਨਸ ਦੇ ਥਰੂ। ਕਿਉਂਕਿ ਪਹਿਲਾਂ ਮਨ ਵਿੱਚ ਸੋਚ ਆਉਂਦੀ, ਵਿਚਾਰ ਆਉਂਦਾ, ਸਾਡੀ ਜ਼ੁਬਾਨ ਤੇ ਵੀ ਫਿਰ ਉੱਦਾਂ ਦੇ ਸ਼ਬਦ ਨਿਕਲਦੇ ਨੇ। ਮੰਨ ਲਓ ਅੰਦਰ ਕ੍ਰੋਧ ਆਇਆ ਤਾਂ ਜ਼ੁਬਾਨ ਤੋਂ ਵੀ ਅਸੀਂ ਤਲਖੀ 'ਚ ਬੋਲਾਂਗੇ। ਅੰਦਰ ਪ੍ਰੇਮ ਆਇਆ, ਜ਼ੁਬਾਨ ਤੋਂ ਵੀ ਅਸੀਂ ਮਿੱਠਾ ਬੋਲਾਂਗੇ। ਕਿਸੇ ਦੀ ਯਾਦ ਆਈ ਤਾਂ ਸ਼ਬਦ ਉੱਦਾਂ ਦੇ ਬੋਲਾਂਗੇ। ਕੋਈ ਨਹੀਂ ਚੰਗਾ ਲੱਗਦਾ, ਸ਼ਬਦ ਉੱਦਾਂ ਦੇ ਬੋਲਾਂਗੇ। ਸੋ ਪਹਿਲਾਂ ਅੰਦਰ ਸੋਚ ਆਈ ਤਾਂ ਸ਼ਬਦ ਫਿਰ ਉਹੋ ਜਿਹਾ ਬੋਲੇ। ਔਰ ਫਿਰ ਜਿੱਦਾਂ ਦੀ ਸਾਡੀ ਸੋਚ ਚੱਲਦੀ ਹੈ, ਸਾਡੇ ਐਕਸ਼ਨਸ ਵੀ ਉੱਦਾਂ ਦੇ ਹੀ ਹੋਣਗੇ। ਬਹੁਤ ਗੁੱਸਾ ਵੱਧ ਗਿਆ ਤਾਂ ਫਿਰ ਹੱਥੋਂ ਪਾਈ ਤੱਕ ਬੰਦਾ ਹੋ ਜਾਂਦਾ। ਪ੍ਰੇਮ ਵੱਧ ਗਿਆ ਤਾਂ ਜੱਫੀਆਂ ਪੈਣ ਲੱਗ ਜਾਂਦੀਆਂ ਨੇ, ਐਕਸ਼ਨਸ ਵੀ ਉਹੋ ਜਿਹੇ ਹੋਣ ਲੱਗ ਜਾਂਦੇ ਨੇ। ਸੋ ਇਹ ਤਿੰਨਾਂ ਚੀਜ਼ਾਂ ਦਾ ਧਿਆਨ ਰੱਖਣਾ, ਅਵੇਅਰਨੈਸ ਵਿੱਚ ਆਉਣਾ। ਤਾਂ ਅਗਰ ਜੀਵਨ ਵਿੱਚ ਕੋਈ ਦੁੱਖ ਆਏ ਨੇ, ਰੋਗ ਆਏ ਨੇ, ਕਸ਼ਟ ਆਏ ਨੇ, ਵਿਘਨ ਆਏ ਨੇ, ਇਹ ਕਿਤੇ ਨਾ ਕਿਤੇ ਮੈਂ ਕਰਮਾਂ ਦੇ ਬੀਜ ਬੀਜੇ ਨੇ, ਉਸੇ ਦਾ ਹੀ ਫਲ ਮੇਰੇ ਕੋਲ ਆਇਆ। ਹੁਣ ਇਹ ਬਲੈਸਿੰਗਸ ਕਿਵੇਂ ਨੇ, ਇਹ ਆਸ਼ੀਰਵਾਦ ਕਿਵੇਂ ਹੈ, ਇਹ ਦਾਰੂ ਕਿਵੇਂ ਹੈ, ਦੁੱਖ ਤਾਂ ਆ ਗਿਆ। ਸਭ ਦੇ ਆਣੇ ਔਰ ਜੀਵਨ ਭਰ ਇਹ ਆਉਂਦੇ ਹੀ ਰਹਿਣੇ ਨੇ। ਇਹ ਨਹੀਂ ਕਿ ਕਿਸੇ ਦਿਨ, ਸਭ ਦੇ ਆਉਂਦੇ ਆ, ਅਮੀਰ ਦੇ, ਗਰੀਬ ਦੇ, ਸਾਧੂ ਦੇ, ਸੰਤ ਦੇ, ਮਹਾਂਪੁਰਖਾਂ ਦੇ, ਅਵਤਾਰਾਂ ਨੇ ਵੀ ਆਪਣੇ ਜੀਵਨ ਵਿੱਚ ਇਹ ਪ੍ਰੈਕਟੀਕਲ ਸਾਡੇ ਸਾਹਮਣੇ ਉਹ ਕਸ਼ਟ ਲਿਆ ਕੇ ਦਿਖਾਏ। ਉਹਨਾਂ ਦੇ ਜੀਵਨ ਵਿੱਚ ਵੀ ਆਏ ਔਰ ਉਹਨਾਂ ਨੇ ਉਦੋਂ ਆਪਣਾ ਕੀ ਪਾਰਟ ਪਲੇ ਕੀਤਾ ਉਹ ਸਾਨੂੰ ਸਿੱਖਿਆ ਉਹਨਾਂ ਨੇ ਵੀ ਦਿੱਤੀ ਹੈ। ਸੋ ਇਹ ਕਸ਼ਟ ਤਾਂ ਆਉਣਗੇ, ਦੁੱਖ ਤਾਂ ਆਉਣਗੇ, ਰੋਗ ਤਾਂ ਆਉਣਗੇ। ਇਹ ਸਫਰਿੰਗ ਕਿਵੇਂ ਬਣ ਜਾਂਦੀ ਆ, ਪੇਨ ਜਿਹੜੀ ਹੈ।
ਮਤਲਬ ਜਿਵੇਂ ਹੁਣ ਕੋਈ ਘਟਨਾ ਵਾਪਰੀ, ਮੰਨ ਲਓ ਐਕਸੀਡੈਂਟ ਹੋ ਗਿਆ ਜਾਂ ਕੋਈ ਨੁਕਸਾਨ ਹੋ ਗਿਆ, ਕੋਈ ਘਾਟਾ ਪੈ ਗਿਆ, ਕਿਸੇ ਨੇ ਸਾਨੂੰ ਦੁੱਖ ਦਿੱਤਾ, ਇਹ ਵਾਕਈ ਇਹ ਦੁੱਖ ਆਇਆ ਜੀਵਨ ਦੇ ਵਿੱਚ। ਇੱਕ ਤਾਂ ਹੈ ਉਹਨੂੰ ਵਿਚਾਰ ਕੇ ਅਸੀਂ ਉਹਦੀ ਸਮੱਸਿਆ, ਉਹਦਾ ਹੱਲ ਵੱਲ ਨੂੰ ਲੱਗ ਜਾਈਏ, ਫਿਰ ਦੁੱਖ 'ਚ ਧਿਆਨ ਨਹੀਂ ਜਾਊਗਾ, ਸਾਡਾ ਸਮੱਸਿਆ ਵੱਲ ਧਿਆਨ ਜਾਣ ਲੱਗ ਜਾਊਗਾ। ਇੱਕ ਹੈ ਕਿ ਉਸ ਦੁੱਖ ਦੀਆਂ ਅਸੀਂ ਗੱਲਾਂ ਹੀ ਕਰੀ ਜਾਈਏ, ਉਹਦੀ ਚਰਚਾ ਕਰੀ ਜਾਈਏ, ਅੰਦਰ ਅਸੀਂ ਹੋਲਡ ਹੀ ਕਰਕੇ ਰੱਖੀਏ, ਤਾਂ ਇਹ ਸਫਰਿੰਗ ਬਣ ਜਾਂਦਾ, ਇਹ ਸੰਤਾਪ ਬਣ ਜਾਂਦਾ, ਇਹ ਫਿਰ ਦਰਦ ਜਿਹੜਾ ਪਿੱਛਾ ਨਹੀਂ ਛੱਡਦਾ। ਸੋ ਇਹ ਫਿਰ ਸਾਡੇ ਅੰਦਰ ਮੈਲ ਚੰਬੜੀ ਜਾਂਦੀ ਹੈ, ਮੈਲਾਂ ਨੇ ਸਾਰੀਆਂ। ਸੋ ਇਹਦੇ ਲਈ ਅਸੀਂ ਮਹਾਂਪੁਰਖਾਂ ਦੇ ਵਿਚਾਰ ਵੀ ਦੇਖਦੇ ਹਾਂ, ਹੋਰ ਮਹਾਂਪੁਰਖਾਂ ਦੇ ਔਰ ਗੁਰਬਾਣੀ ਵਿੱਚੋਂ ਤਾਂ ਅਸੀਂ ਚਾਨਣਾ ਲੈਣਾ ਹੀ ਲੈਣਾ ਹੈ। ਖਲੀਲ ਜਿਬਰਾਨੀ ਜੀ ਕਹਿੰਦੇ ਨੇ ਵੀ ਜਿਹੜੀਆਂ ਵੀ ਸ਼ਕਤੀਸ਼ਾਲੀ ਰੂਹਾਂ ਹੁੰਦੀਆਂ ਨੇ, ਉਹ ਸਫਰਿੰਗਸ ਵਿੱਚੋਂ ਹੀ ਨਿਕਲਦੀਆਂ ਨੇ, ਉਹ ਦੁੱਖਾਂ ਵਿੱਚੋਂ ਹੀ ਨਿਕਲਦੀਆਂ ਨੇ ਬਾਹਰ, ਕਿਉਂਕਿ ਉਦੋਂ ਸ਼ਕਤੀ ਅੰਦਰ ਜਾਗਰਤ ਹੁੰਦੀ। ਤੁਸੀਂ ਵੀ ਆਪਣਾ ਜੀਵਨ ਵਿੱਚ ਦੇਖੋ, ਜਦੋਂ ਦੁੱਖ ਆਉਂਦੇ ਨੇ ਉਦੋਂ ਆਪਣੇ ਪੋਟੈਂਸ਼ੀਅਲ ਦਾ ਪਤਾ ਚੱਲਦਾ, ਹਿਡਨ ਪੋਟੈਂਸ਼ੀਅਲ ਦਾ, ਆਪਣੀਆਂ ਸ਼ਕਤੀਆਂ ਦਾ ਪਤਾ ਚੱਲਦਾ ਕਿ ਮੈਂ ਅੱਛਾ ਵੀ ਕਰ ਸਕਦਾ ਸੀ। ਇਹ ਮਤਲਬ ਸ਼ਕਤੀ ਜਾਗਰਤ ਹੁੰਦੀ, ਇੱਕ ਜ਼ਿੰਦਗੀ ਨੂੰ ਇੱਕ ਨਵਾਂ ਮੋੜ ਮਿਲਦਾ। ਜਦੋਂ ਹਾਲੇ ਲੋਕਾਂ ਦੇ ਸਹਾਰੇ ਲੱਭਦੇ ਸੀਗੇ, ਜਦੋਂ ਸਭ ਦੇਖੇ ਸਹਾਰੇ ਬੰਦ ਹੋ ਗਏ, ਫਿਰ ਆਪਣੀ ਅੰਦਰਲੀ ਇੱਕ ਸ਼ਕਤੀ ਜਾਗੀ, ਫਿਰ ਬਹੁਤ ਕੁਝ ਅਸੀਂ ਜੀਵਨ ਦੇ ਵਿੱਚ ਕਰ ਲਿਆ। ਸਹਿਣ ਕਰਨ ਦੀ ਸ਼ਕਤੀ ਆਉਂਦੀ ਹੈ ਦੁੱਖਾਂ ਦੇ ਕਾਰਨ ਜੀਵਨ ਦੇ ਵਿੱਚ, ਔਰ ਸਹੀ ਡਿਸੀਜ਼ਨ ਲੈਣ ਦੀ ਵੀ ਸ਼ਕਤੀ ਆ ਜਾਂਦੀ ਹੈ। ਇੱਕ ਟਰਨਿੰਗ ਪੁਆਇੰਟ ਆਉਂਦਾ ਆ, ਸਾਨੂੰ ਰੁਕਣ ਦਾ ਚਾਂਸ ਮਿਲਦਾ, ਜਦੋਂ ਸਮਝ ਲੱਗੇ ਵੀ ਕਿਤੇ ਨਾ ਕਿਤੇ ਮੇਰੇ ਕਰਮ ਸੀਗੇ ਜਿਹਦੇ ਅਨੁਸਾਰ ਮੇਰੇ ਜੀਵਨ ਵਿੱਚ ਦੁੱਖ, ਰੋਗ, ਕਸ਼ਟ ਆਏ ਨੇ। ਇੱਕ ਮੌਤ ਨੂੰ ਛੱਡ ਲਿਆ ਜਾਵੇ, ਉਹ ਮੌਤ ਜਿਹੜੀ ਉਹ ਲਿਖਾ ਕੇ ਆ ਜਾਂਦੇ, ਉਨਾ ਹੀ ਸਮਾਂ ਜੀਵਨ ਵਿੱਚ ਆਉਣਾ ਹੁੰਦਾ ਹੈ। ਉਹ ਲੱਗ ਗੱਲ ਅਸੀਂ ਦੁਖੀ ਹੁੰਦੇ ਮੇਰਾ ਮੇਰਾ ਸਮਝ ਕੇ, ਉਹ ਵੀ ਸਾਡੀ ਭੁੱਲਿਆ ਗਲਤੀ ਹੈ। ਸੋ ਉਹ ਤਾਂ ਆਣੀ ਹੈ, ਕੁਛ ਟਾਈਮ ਦੇ ਲਈ ਸਾਨੂੰ ਇਸ ਧਰਤੀ ਤੇ ਭੇਜਿਆ ਗਿਆ, ਜਿੰਨੇ ਵੀ ਅਸੀਂ ਸਾਰੇ ਆਏ ਹਾਂ ਕੁਛ ਸਮੇਂ ਲਈ ਭੇਜਿਆ ਗਿਆ। ਸੋ ਬਾਕੀ ਜੀਵਨ ਦੇ ਵਿੱਚ ਜੋ ਸਾਨੂੰ ਰੁਕਾਵਟਾਂ, ਮੁਸੀਬਤਾਂ ਆਉਂਦੀਆਂ ਨੇ, ਉਹ ਫਿਰ ਸਾਨੂੰ ਲੈਸਨਸ ਮਿਲਦੇ ਨੇ ਵੀ ਜ਼ਰੂਰ ਮੈਂ ਨਾ ਕੋਈ ਗਲਤ ਕਰਮਾਂ ਦਾ ਬੀਜ ਬੀਜਿਆ ਸੀ, ਜਿਹੜਾ ਅੱਜ ਮੈਨੂੰ ਇਹਦਾ ਲੈਸਨ ਮਿਲ ਰਿਹਾ, ਇਹਦਾ ਫਲ ਭੋਗਣਾ ਮਿਲ ਰਿਹਾ, ਤੇ ਹੁਣ ਮੈਂ ਆਪਣੇ ਕਰਮ ਜਿਹੜੇ ਨੇਕ ਕਰਾਂ, ਸ਼ੁਭ ਕਰਾਂ, ਨਾ ਮਾੜੀ ਸੋਚ ਰੱਖਾਂ, ਨਾ ਕਿਸੇ ਦਾ ਦਿਲ ਦੁਖਾਵਾਂ, ਨਾ ਹੀ ਕੋਈ ਮੰਦਾ ਕਰਮ ਕਰਾਂ। ਸੋ ਇਹ ਇੱਕ ਟਰਨਿੰਗ ਪੁਆਇੰਟ ਆਉਂਦਾ ਜੀਵਨ ਵਿੱਚ। ਦੁੱਖ ਤਾਂ ਦਾਰੂ ਬਣਦੇ ਨੇ, ਮਹਾਰਾਜ ਜੀ ਕਹਿੰਦੇ ਨੇ, ਇਵੇਂ ਦਾਰੂ ਬਣਦੇ ਨੇ, ਸਾਡੀਆਂ ਮੈਲਾਂ ਉਤਰਨ ਲੱਗ ਜਾਂਦੀਆਂ ਨੇ। ਔਰ ਦੂਸਰਾ ਕੀ ਹੁੰਦਾ, ਜਦੋਂ ਦੁੱਖ ਆਉਂਦੇ ਨੇ ਸਾਡਾ ਕਾਰਮਿਕ ਅਕਾਊਂਟ ਕਲੀਅਰ ਹੋਣ ਲੱਗ ਜਾਂਦਾ, ਬਿਨਾਂ ਕਾਰਨ ਥੋੜੀ। ਪਰਮਾਤਮਾ ਨੇ ਸਾਡਾ ਇਹ ਪ੍ਰਪੰਚ ਜਿਹੜਾ ਰਚਿਆ ਹੋਇਆ, ਸਾਨੂੰ ਜੀਵਨ ਵਿੱਚ ਦੁੱਖ ਆਉਂਦੇ ਨੇ, ਆਉਂਦੇ ਉਹਦੇ ਹੁਕਮ ਵਿੱਚ ਨੇ, ਪਰ ਸਾਡੇ ਕਰਮਾਂ ਦਾ ਫਲ ਲੈ ਕੇ ਆਉਂਦੇ ਨੇ। ਉਹਦਾ ਹੁਕਮ ਇਹੀ ਚੱਲਦਾ, ਇਹਨੇ ਆਹ ਬੀਜਿਆ, ਇਹਨੂੰ ਇਹ ਫਲ ਮਿਲੇਗਾ, ਇਹਨੂੰ ਅਸੀਂ ਹੁਕਮ ਕਹਿ ਦਿੰਦੇ ਹਾਂ, ਤੇ ਮਿਲਦਾ ਸਾਡੇ ਹੀ ਬੀਜੇ ਹੋਏ ਕਰਮਾਂ ਦਾ ਫਲ। ਮਹਾਰਾਜ ਜੀ ਕਹਿੰਦੇ ਨੇ, ਕੇਤਿਆਂ ਦੁੱਖ ਭੂਖ ਸੱਦ ਮਾਰ, ਇਹ ਵੇ ਦਾਤ ਤੇਰੀ ਦਾਤਾਰ। ਕਿੰਨਿਆਂ ਨੂੰ ਦੁੱਖ ਜੀਵਨ ਵਿੱਚ ਆਉਂਦੇ ਨੇ, ਭੁੱਖਾਂ ਮਿਲਦੀਆਂ ਨੇ, ਸਦਾ ਹੀ ਮਾਰਾਂ ਪਈ ਜਾਂਦੀਆਂ, ਇਹ ਵੀ ਦਾਤ ਤੇਰੀ ਦਾਤਾਰ। ਇਹ ਦਾਤ ਕਿਵੇਂ ਹੈ, ਬਲੈਸਿੰਗਸ ਕਿਵੇਂ ਨੇ, ਇਹ ਆਸ਼ੀਰਵਾਦ ਕਿਵੇਂ ਹੈ? ਕਿਉਂਕਿ ਇਹ ਜਿਹੜਾ ਅਰਥ ਪਲੇਨ ਆ ਨਾ, ਜਿਹੜੀ ਧਰਤੀ ਹੈ, ਹੋਰ ਵੀ ਬੜੇ ਨੇ ਜਿੱਥੇ ਰੂਹਾਂ ਦਾ ਵਾਸ ਆਇਆ। ਇਹ ਤੋਂ ਨੀਵੇਂ ਵੀ ਕਿੰਨੀਆਂ, ਇਹਦੇ ਕਿੰਨੇ ਹੀ ਜ਼ਿਆਦਾ ਡਾਇਮੈਂਸ਼ਨਸ ਨੇ। ਜਿਹੜੀਆਂ ਸਾਡੇ ਤੋਂ ਉੱਚੀਆਂ ਰੂਹਾਂ ਨੇ, ਉਹਨਾਂ ਦੇ ਹੋਰ ਜਗ੍ਹਾ ਵਾਸੇ ਨੇ। ਜਿਹੜੀਆਂ ਨੀਵੀਆਂ ਨੇ, ਮਤਲਬ ਜਿਨ੍ਹਾਂ ਨੇ ਮਾੜੇ ਕਰਮ, ਮੈਲੀਆਂ ਜ਼ਿਆਦਾ ਨੇ, ਉਹ ਹੋਰ ਵੀ ਨੀਵੀਂ ਜਗ੍ਹਾ ਉਹਨਾਂ ਦੇ ਵਾਸਤੇ ਚੱਲ ਰਹੇ ਨੇ। ਸੋ ਬਾਰ-ਬਾਰ ਸਾਨੂੰ ਜਨਮ ਮਿਲਦਾ, ਇਸ ਧਰਤੀ ਦੇ ਉੱਤੇ ਭੇਜਿਆ ਜਾਂਦਾ। ਇਹ ਜਿਹੜਾ ਅਰਥ ਪਲੇਨ ਆ ਨਾ, ਇੱਥੇ ਸਭ ਤੋਂ ਜ਼ਿਆਦਾ ਪ੍ਰੋਗਰੈਸ ਹੁੰਦੀ ਹੈ, ਕਿਉਂਕਿ ਜਿਹੜੇ ਉੱਪਰਲੇ ਇਹਨੂੰ ਜਿਹੜੇ ਮਹਾਂਪੁਰਖ ਲੋਕ ਨੇ ਜਾਂ ਜਿਹੜੇ ਸਪਿਰਿਚੁਅਲ ਵਰਲਡ ਵਾਲੇ ਲੋਕ ਨੇ, ਉਹ ਇਹਨੂੰ 4th ਡਾਇਮੈਂਸ਼ਨ ਕਹਿੰਦੇ ਨੇ ਧਰਤੀ। ਇਹ ਤੋਂ ਨੀਚੇ 3 ਡਾਇਮੈਂਸ਼ਨਸ ਦੇ ਵਿੱਚ ਹੋਰ ਮੈਲੀਆਂ ਰੂਹਾਂ ਨੇ। ਇਹ ਤੋਂ ਉੱਪਰ ਜਿਹੜੀਆਂ ਨੇ, ਜਿਨ੍ਹਾਂ ਨੂੰ ਆਪਾਂ ਕਹਿ ਦਿੰਦੇ ਹਾਂ ਦੇਵੀ ਦੇਵਤੇ, ਮਾਸਟਰਸ ਵੀ ਕਈ ਕਹਿੰਦੇ ਨੇ, ਉਹ ਹੋਰ ਉੱਚੇ ਮੰਡਲਾਂ ਦੇ ਵਿੱਚ ਉਹਨਾਂ ਦਾ ਵਾਸ ਆਇਆ। ਲੇਕਿਨ ਉੱਚੇ ਜਿਹੜੇ ਮੰਡਲ ਨੇ, ਉੱਥੇ ਪੋਜ਼ਿਟਿਵਿਟੀ ਹੀ ਪੋਜ਼ਿਟਿਵਿਟੀ ਹੈ, ਉੱਥੇ ਪ੍ਰੋਗਰੈਸ ਬਹੁਤ ਜ਼ਿਆਦਾ ਸਲੋ ਹੈ। ਇਸ ਕਾਰਨ ਬਾਣੀ ਵਿੱਚ ਕਿਹਾ ਵੀ ਇਸ ਧਰਤੀ ਤੇ ਆਣਾ, ਇਸ ਸਰੀਰ ਨੂੰ ਜਿਹੜੇ ਦੇਵਤੇ ਵੀ ਤਰਸਦੇ ਨੇ, ਵੀ ਉਹ ਕਹਿੰਦੇ ਨੇ ਵੀ ਸਾਨੂੰ ਚਾਂਸ ਮਿਲੇ ਇਹ ਸਰੀਰ, ਕਿਉਂਕਿ ਇਹ ਸਰੀਰ ਨਾਲ ਇਸ ਧਰਤੀ ਤੇ ਆਇਆ ਜਾਂਦਾ ਹੈ। ਉੱਪਰ ਸੂਖਸ਼ਮ ਆ, ਜਿਹੜਾ ਸਥੂਲ ਸਰੀਰ ਆ, ਇਹ ਧਰਤੀ ਵਾਲਿਆਂ ਲਈ ਹੈ। ਤੋ ਇਸ ਦੇਹੀ ਕੋ ਸਿਮਰੈ ਦੇਵ, ਤੋ ਦੇਵਤੇ ਵੀ ਕਹਿੰਦੇ ਨੇ ਸਾਨੂੰ ਸਰੀਰ ਮਿਲੇ, ਧਰਤੀ ਤੇ ਭੇਜਿਆ ਜਾਵੇ। ਅਸੀਂ ਹਾਲੇ ਪਰਮਾਤਮਾ ਚ ਮਰਜ ਨਹੀਂ ਹੋਏ, ਤੋ ਇੱਥੇ ਆ ਕੇ ਅਸੀਂ
ਜਿਹੜਾ ਹੈ ਇੱਥੇ ਸਫ਼ਰ ਕਰੀਏ, ਜੋ ਵੀ ਇੱਥੇ ਭੋਗਣਾ ਪੈਂਦਾ, ਕਿਉਂਕਿ ਇੱਥੇ ਨੈਗੇਟਿਵਿਟੀ ਬਹੁਤ ਮਿਲਦੀ ਆ। ਕਿਸੇ ਨੇ ਤੁਹਾਡਾ ਅਪਮਾਨ ਕਰਨਾ, ਕਿਸੇ ਨੇ ਤੁਹਾਡਾ ਕੁਝ ਖੋਹਣਾ, ਕਿਸੇ ਨੇ ਕਦੇ ਤੁਹਾਨੂੰ ਧੋਖਾ ਦੇਣਾ, ਬਹੁਤ ਕੁਝ ਹੋਣਾ ਇਸ ਜੀਵਨ ਦੇ ਵਿੱਚ। ਸੋ ਉਹ ਸਾਰਾ ਸਾਡੀ ਤਰੱਕੀ ਦੇ ਲਈ ਆ, ਸਾਡੀ ਪ੍ਰੋਗਰੈਸ ਦੇ ਲਈ ਹੈ। ਲੇਕਿਨ ਅਗਰ ਅਸੀਂ ਵੀ ਬੁਰੇ ਕਰਮ ਕਰੀ ਜਾਂਦੇ, ਅਸੀਂ ਵੀ ਧੋਖਾ ਦੇਈ ਜਾਂਦੇ, ਚੀਟ ਕਰੀ ਜਾਂਦੇ ਆ, ਸੋ ਗੁਰੂ ਦੇ ਦੱਸੇ ਕਾਨੂੰਨਾਂ ਮੁਤਾਬਕ ਨਹੀਂ ਚੱਲਦੇ, ਕਿਉਂਕਿ ਸਾਨੂੰ ਰੱਬੀ ਕਾਨੂੰਨ ਨਹੀਂ ਪਤਾ, ਉਹ ਸਾਨੂੰ ਗੁਰੂ ਨੇ ਸਮਝਾਣੇ ਨੇ। ਟੀਚਰ, ਮਾਸਟਰ ਸਾਡਾ ਗੁਰੂ ਜਿਹੜਾ ਹੈ, ਤਾਂ ਗੁਰੂ ਮਹਾਰਾਜ ਜੀ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਰੱਬੀ ਕਾਨੂੰਨ ਸਮਝਾਈ ਜਾਂਦੇ ਨੇ। ਅਸੀਂ ਦੇਖਾਂਗੇ ਰੱਬੀ ਕਾਨੂੰਨ ਕੀ ਕੀ ਨੇ। ਸੋ ਜਦੋਂ ਅਸੀਂ ਉਹਨਾਂ ਮੁਤਾਬਕ ਚੱਲੀ ਜਾਂਦੇ ਹਾਂ, ਸਾਨੂੰ ਦੁੱਖ ਵੀ ਸਹਿਣੇ ਪੈਂਦੇ ਨੇ, ਕਿਸੇ ਦਾ ਉੱਚਾ ਨੀਵਾਂ ਬੋਲ ਵੀ ਸਹਾਰਨਾ ਪੈਂਦਾ, ਕੋਈ ਸਾਡਾ ਚੁਗਲੀ ਨਿੰਦਿਆ ਬੁਰਾਈ ਵੀ ਕਰੇਗਾ, ਸਾਡਾ ਅਪਮਾਨ ਵੀ ਕਰੇਗਾ, ਸਾਡੇ ਕੋਲ ਕੁਝ ਖੋਹ ਵੀ ਲਏਗਾ, ਧੋਖਾ ਵੀ ਦੇਵੇਗਾ, ਸਾਡੇ ਨਾਲ ਚੀਟਿੰਗ ਵੀ ਹੋਵੇਗੀ, ਬਹੁਤ ਕੁਝ ਇਸ ਮਾਤਲੋਕ ਵਿੱਚ ਹੋਣਾ ਹੈ। ਬਸ ਉਹ ਜਦੋਂ ਹੁੰਦਾ, ਜਦੋਂ ਉਹਨੂੰ ਅਸੀਂ ਸਹਿਣ ਕਰਦੇ ਹਾਂ, ਉਹਦੇ ਵਿੱਚ ਆਪਣਾ ਪਾਰਟ ਅਸੀਂ ਠੀਕ ਪਲੇ ਕਰਦੇ ਹਾਂ, ਤਾਂ ਫਿਰ ਤਾਂ ਇਹ ਪੁੱਛੋ ਨਾ ਵੀ ਸਾਡੀ ਕਿੰਨੀ ਤਰੱਕੀ ਹੁੰਦੀ, ਸਾਡੀ ਰੂਹ ਦੀਆਂ ਮੈਲਾਂ ਉਤਰਦੀਆਂ। ਕਿਉਂਕਿ ਜਦੋਂ ਅਸੀਂ ਵਾਪਸ ਉਹੀ ਗੰਦੇ ਕੰਮ ਕਰੀ ਜਾਂਦੇ ਹਾਂ, ਅਸੀਂ ਵੀ ਉਹੋ ਜਿਹਾ ਹੀ ਵਿਹਾਰ ਕਰੀ ਜਾਂਦੇ ਹਾਂ, ਤਾਂ ਫਿਰ ਲੰਮੇ ਦੇਸ਼ 'ਚ ਅਸੀਂ ਪੈ ਜਾਂਦੇ ਹਾਂ। ਲੰਮਾ ਮਤਲਬ ਬਾਰ-ਬਾਰ ਜੰਮੀ ਜਾਂਦੇ, ਮਰੀ ਜਾਂਦੇ, ਜੰਮੀ ਜਾਂਦੇ, ਮਰੀ ਜਾਂਦੇ ਆ। ਔਰ ਜਦ ਤੱਕ ਅਸੀਂ ਇੱਥੇ ਆ ਕੇ ਲੈਸਨ ਨਹੀਂ ਲੈਂਦੇ, ਇੱਥੇ ਲੈਸਨ ਸਾਨੂੰ ਲੈਣੇ ਪੈਂਦੇ ਨੇ, ਸਿੱਖਿਆ ਲੈਣੀ ਪੈਂਦੀ ਹੈ, ਕਿਵੇਂ ਅਸੀਂ ਨਾ ਜਿਹੜੇ ਆ ਦੁੱਖਾਂ ਤੋਂ ਪਾਰ ਜਾਣਾ, ਕਿਵੇਂ ਇਹਨਾਂ ਕਸ਼ਟਾਂ ਦੇ ਵਿੱਚ ਜਿਹੜੇ ਅਸੀਂ ਉਲਝੇ ਹੋਏ ਇਹਨਾਂ ਤੋਂ ਪਾਰ ਜਾਣਾ। ਇਹ ਸੰਗਤ ਜੀ, ਇਹ ਜਿਹੜੇ ਅਸੀਂ ਜੀਵਨ ਦੇ ਦੁੱਖ ਨੇ ਨਾ, ਇਹ ਅਧਿਆਤਮਿਕ ਨਜ਼ਰੀਏ ਨਾਲ ਦੇਖਿਆ ਜਾਵੇ ਇਹ ਬਹੁਤ ਘੱਟ ਨੇ। ਇਹ ਸਿਰਫ 10% ਨੇ ਸਾਡੇ ਜੀਵਨ ਦੇ ਵਿੱਚ। ਅਗਰ 100% ਲਾਈਏ ਆਪਣੇ ਦੁੱਖ, ਤਾਂ ਜਿਹੜੇ ਸਾਨੂੰ ਆ ਬਾਹਰੀ ਨਜ਼ਰ ਆਉਂਦੇ ਨੇ, ਵੀ ਗਰੀਬੀ ਆ ਗਈ, ਕਿਸੇ ਦੀ ਡੈਥ ਹੋ ਗਈ ਘਰ ਦੇ ਵਿੱਚ, ਜਾਂ ਕੋਈ ਸਾਡਾ ਨੁਕਸਾਨ ਹੋ ਗਿਆ, ਜਾਂ ਸਾਡਾ ਕਿਸੇ ਨੇ ਅਪਮਾਨ ਕਰ ਦਿੱਤਾ, ਕੋਈ ਸਾਡਾ ਰਿਲੇਸ਼ਨਸ਼ਿਪ ਵਿੱਚ ਬ੍ਰੇਕਅਪ ਹੋ ਗਿਆ, ਕਿਸੇ ਨੇ ਸਾਡਾ ਦਿਲ ਤੋੜ ਦਿੱਤਾ, ਧੋਖਾ ਦੇ ਦਿੱਤਾ, ਇਹ ਜਿਹੜੇ ਸਾਨੂੰ ਨਜ਼ਰ ਆਉਂਦੇ ਨੇ, ਜਾਂ ਸਰੀਰਕ ਰੋਗ ਆ ਗਏ, ਕਸ਼ਟ ਆ ਗਏ, ਬਿਮਾਰੀਆਂ ਆ ਗਈਆਂ, ਐਕਸੀਡੈਂਟ ਹੋ ਗਿਆ, ਇਹ ਸਿਰਫ 10% ਨੇ ਜਿਹਨੂੰ ਅਸੀਂ ਐਡਾ ਹੋਊਗਾ ਬਣਾ ਕੇ ਇਹਦੇ ਵਿੱਚ ਉਲਝੇ ਰਹਿੰਦੇ। ਇਹ ਕਪਿਲ ਮੁਨੀ ਜਿਹੜੇ ਰਿਸ਼ੀ ਜੀ ਹੋਏ ਨੇ, ਉਹਨਾਂ ਨੇ ਇਹਦਾ ਜ਼ਿਕਰ ਕੀਤਾ। ਤੋ ਭਾਈ ਗੁਰਦਾਸ ਜੀ ਨੇ ਨਾ ਇਹ ਸਾਰਾ ਜਿਹੜਾ ਵੇਦਾਂ ਦਾ ਜ਼ਿਕਰ ਕੀਤਾ ਆਪਣੀਆਂ ਵਾਰਾਂ ਦੇ ਵਿੱਚ, ਉਹਦੇ ਵਿੱਚ ਦੱਸਿਆ ਵੀ ਜਿਹੜੇ ਵੇਦ ਰਚੇ ਗਏ ਸਨ, ਤਾਂ ਇਹ ਜਿਹੜੇ ਰਿਸ਼ੀ ਮੁਨੀ ਸਨ, ਇਹਨਾਂ ਨੇ ਫਿਰ ਉਹਨਾਂ ਦੀ ਵਿਆਖਿਆ ਕੀਤੀ। ਤਾਂ ਕਪਿਲ ਮੁਨੀ ਜੀ ਨੇ ਵੀ ਵਿਆਖਿਆ ਕੀਤੀ ਨੇ। ਉਹ ਆਪਣੇ ਉਹਨਾਂ ਇੱਕ ਸ਼ਾਂਖ ਉਹਨਾਂ ਨੇ ਵੇਦਾਂਤ ਲਿਖਿਆ, ਆਪਣਾ ਉਹਨਾਂ ਨੇ ਇੱਕ ਸਿਧਾਂਤ ਦਿੱਤਾ, ਉਹਦੇ ਵਿੱਚ ਵਿਆਖਿਆ ਕਰਦੇ ਉਹਨਾਂ ਨੇ ਦੱਸਿਆ ਵੀ ਇਹ ਤਾਂ 10% 9% ਨੇ, ਸੌਰੀ 9% ਨੇ ਜਿਹੜੇ ਸਾਨੂੰ ਆ ਦੁੱਖਾਂ 'ਚ ਅਸੀਂ ਉਲਝੇ ਪਏ ਹਾਂ। 1% ਦੁੱਖ ਕਿਹੜੇ ਨੇ? ਉਹ ਨੇ ਜਿਹੜੇ ਆ ਸਾਨੂੰ ਬਾਹਰੋਂ ਆ ਜਾਂਦੇ ਨੇ, ਜਿਵੇਂ ਹੁਣ ਕੋਵਿਡ ਆ ਗਿਆ, ਜਾਂ ਭੂਚਾਲ ਆ ਜਾਵੇ, ਤੂਫਾਨ ਆ ਜਾਵੇ, ਕਿਤੇ ਅੱਗ ਲੱਗ ਜਾਵੇ, ਏਦਾਂ ਦੇ ਜਿਹੜੇ ਆ ਜਾਂਦੇ ਨੇ, ਮਹਾਮਾਰੀ ਪੈ ਜਾਂਦੀ, ਸੋਕਾ ਪੈ ਗਿਆ, ਇਹ ਜਿਹੜੇ ਪੂਰੇ ਸੰਸਾਰ ਤੇ ਮਿਲ ਕੇ ਆ ਜਾਂਦੇ ਨੇ, ਇਹ 1% ਨੇ। ਫਿਰ 90% ਦੁੱਖ ਕਿਹੜੇ ਆ? 90% ਦੁੱਖ ਜਿਹੜੇ ਅਸੀਂ ਰੱਬ ਤੋਂ ਵਿਛੜੇ ਹੋਏ ਆ। ਅਸਲੀ ਦੁੱਖ ਇਹ ਹੈ, ਕਿਉਂਕਿ ਉਹ ਤੋਂ ਵਿਛੜੇ ਆ, ਤਾਂ ਅਸੀਂ ਇਹਦੇ 'ਚ ਮੈਲਾਂ 'ਚ ਹੀ ਉਲਝੇ ਪਏ ਆ। ਅਸੀਂ ਉਹਨੂੰ ਹੀ ਆਪਣਾ ਸਭ ਤੋਂ ਵੱਡਾ ਦੁੱਖ ਇਹ ਹੈ, ਅਸੀਂ ਦੇਹ 'ਚ ਫਸੇ ਹੋਏ ਆ। ਅਸੀਂ ਆਪਣੇ ਆਪ ਨੂੰ ਸਰੀਰ ਸਮਝ ਕੇ ਤਾਂ ਦੇਹਾਂ 'ਚ ਹੀ ਉਲਝੇ ਪਏ ਆ। ਤੇ ਜਿੱਦਣ ਸਾਡੀ ਅਧਿਆਤਮਕ ਯਾਤਰਾ ਸਹੀ ਮਾਇਨਿਆਂ ਵਿੱਚ ਸ਼ੁਰੂ ਹੋ ਗਈ, ਪਾਠ ਕਰਨਾ, ਸੇਵਾ ਕਰਨਾ, ਹਾਲੇ ਯਾਤਰਾ ਸ਼ੁਰੂ ਨਹੀਂ ਹੋਈ, ਅਸੀਂ ਚੱਲ ਰਹੇ ਹਾਂ। ਯਾਤਰਾ ਉਦੋਂ ਸ਼ੁਰੂ ਹੁੰਦੀ ਹੈ ਜਦੋਂ ਅਸੀਂ ਆਪਣੇ ਆਪ ਨੂੰ ਜਾਣਨ ਤੇ ਲੱਗ ਜਾਂਦੇ ਵੀ ਮੈਂ ਕੌਣ ਆ, ਮੈਨੂੰ ਕਿਉਂ ਜਨਮ ਮਿਲਿਆ, ਮੇਰਾ ਪਰਪਸ ਕੀ ਹੈ, ਇਸ ਧਰਤੀ ਤੇ ਮੈਨੂੰ ਕਿਉਂ ਭੇਜਿਆ ਗਿਆ। ਤੋਂ ਛੇਤੀ ਵੱਧ ਤੋਂ ਵੱਧ ਉਪਰਾਲੇ, ਉੱਦਮ ਜਿਹੜੇ ਨੇ ਇਸੇ ਕੰਮ ਲਈ ਕਰਨ ਲੱਗ ਜਾਂਦੇ, ਆਪਣੇ ਆਪ ਨੂੰ ਸ਼ੁੱਧ ਕਰਨ ਲਈ, ਪਿਓਰ ਕਰਨ ਲਈ, ਪਵਿੱਤਰ ਕਰਨ ਲਈ, ਤਾਂ ਕਿ ਆਪਣੇ ਸੈਲਫ ਤੱਕ ਅਸੀਂ ਪਹੁੰਚ ਪਾਈਏ। ਨਹੀਂ ਤਾਂ ਅਸੀਂ ਸਰੀਰਾਂ 'ਚ ਹੀ ਉਲਝੇ ਰਹਿੰਦੇ, ਆਪਣੇ ਸਰੀਰ ਵਿੱਚ ਵੀ, ਆਪਣੇ ਹੀ ਰਿਸ਼ਤਿਆਂ ਵਿੱਚ, ਇਹ ਅਟੈਚਮੈਂਟ ਜਿਹਨੂੰ ਮੋਹ ਕਹਿ ਦਿੰਦੇ ਆ, ਇਹਦੇ ਵਿੱਚ ਹੀ, ਵਿਕਾਰਾਂ ਵਿੱਚ, ਕਿਉਂਕਿ ਵਿਕਾਰ ਵੀ ਸਰੀਰ ਦੇ ਕਾਰਨ ਨੇ। ਜਿਹੜਾ ਅੰਦਰ ਸਾਡੇ ਸੱਚ ਬੈਠਾ ਉੱਥੇ ਕੋਈ ਵਿਕਾਰ ਨਹੀਂ, ਪਰ ਕਿਉਂਕਿ ਅਸੀਂ ਇੱਥੇ ਹੀ ਉਲਝੇ ਹੋਏ ਹਾਂ। ਤਾਂ ਉਹ ਕਪਿਲ ਮੁਨੀ ਜੀ ਕਹਿੰਦੇ ਨੇ ਕਿ 90% ਤਾਂ ਇਹੀ ਦੁੱਖ ਹੈ। ਜੋ ਗੁਰੂ ਨਾਨਕ ਦੇਵ ਜੀ ਨੇ ਵੀ ਇਹਦਾ ਜ਼ਿਕਰ ਕੀਤਾ। ਮਹਾਰਾਜ ਜੀ ਕਹਿੰਦੇ ਨੇ ਵੀ ਜਿਹੜਾ ਤੁਹਾਨੂੰ ਅਸਲੀ ਦੁੱਖ ਆ ਨਾ, ਉਹ ਤਾਂ ਹੈਗਾ ਆ ਆਹੀ ਦੁੱਖ ਸਾਨੂੰ, ਜਿਹੜਾ ਵਿਛੋੜੇ ਦਾ ਦੁੱਖ ਆ ਪਰਮਾਤਮਾ ਦੇ ਨਾਲ। ਔਰ ਦੂਸਰਾ ਜਿਹੜੀ ਸਾਨੂੰ ਭੁੱਖ ਆ, ਤ੍ਰਿਸ਼ਨਾ, ਇਹ ਬੜਾ ਵੱਡਾ ਦੁੱਖ ਆ। ਤ੍ਰਿਸ਼ਨਾ ਨੇ ਸਾਨੂੰ ਫਸਾਇਆ ਹੋਇਆ। ਇੱਕ ਹੁੰਦੀ ਜ਼ਰੂਰਤ,
ਇੱਕ ਹੁੰਦੀ ਤ੍ਰਿਸ਼ਨਾ। ਜ਼ਰੂਰਤਾਂ ਪੂਰੀਆਂ ਹੋ ਰਹੀਆਂ ਨੇ ਸਾਡੀਆਂ, ਲੇਕਿਨ ਤ੍ਰਿਸ਼ਨਾ ਦੀ ਪੂਰਤੀ ਕਦੀ ਵੀ ਨਹੀਂ ਹੋਣੀ, ਇਹ ਵਧੀ ਜਾਣੀ ਹੈ। ਸੋ ਇਹ ਸਾਡਾ ਵਿਛੋੜੇ ਦਾ ਦੁੱਖ ਆ, ਇਹ ਜਿਹੜਾ ਤ੍ਰਿਸ਼ਨਾ ਦਾ ਆ, ਇਹਨੇ ਸਾਨੂੰ, ਔਰ ਜਮਦੂਤ ਦਾ ਡਰ ਜਿਹੜਾ ਸਾਨੂੰ, ਇਹ ਦੁੱਖ ਆ, ਕਿਉਂਕਿ ਜੰਮੀ ਜਾਂਦੇ ਮਰੀ ਜਾਂਦੇ ਆ, ਫਿਰ ਅਸੀਂ ਡਰਦੇ ਹਾਂ ਜੰਮਣ ਮਰਨ ਤੋਂ। ਸੋ ਜਿੱਦਾਂ ਜਿੱਦਾਂ ਅਸੀਂ ਅਧਿਆਤਮਿਕ ਤੌਰ ਤੇ ਵਧੀ ਜਾਵਾਂਗੇ, ਮੌਤ ਦਾ ਡਰ ਵੀ ਖਤਮ ਹੋ ਜਾਣਾ। ਫਿਰ ਪਤਾ ਆ ਵੀ ਹਾਲੇ ਅਗਰ ਮੇਰੀ ਪੂਰੀ ਪ੍ਰੋਗਰੈਸ ਨਹੀਂ ਹੋਈ, ਮੈਨੂੰ ਫਿਰ ਹੋਰ ਚਾਂਸ ਮਿਲਣਾ ਆ, ਤੇ ਜਿਹੜਾ ਹੈ ਉਹ ਮੇਰੇ ਫਿਰ ਹੋਰ ਪ੍ਰੋਗਰੈਸ ਹੋਵੇਗੀ। ਲੇਕਿਨ ਸੰਗਤ ਜੀ, ਆਹ ਜਿਹੜਾ ਧਰਤੀ ਹੈ ਨਾ, ਇੱਥੇ ਸਭ ਤੋਂ ਜ਼ਿਆਦਾ ਪ੍ਰੋਗਰੈਸ ਆ। ਔਰ ਇਸ ਤੋਂ ਬਾਅਦ ਫਿਰ ਜਦੋਂ ਸਾਡੀ ਦੇਹ ਤਿਆਗ ਕੇ ਚਲ ਜਾਂਦੇ ਆ, ਅਗਰ ਚੰਗੇ ਕਰਮ ਕੀਤੇ ਨੇ, ਨੇਕ ਜੀਵਨ ਜੀਆ, ਆਪਣੇ ਵੱਲੋਂ ਸੱਚ ਦੇ ਮਾਰਗ ਤੇ ਵੀ ਚੱਲੇ ਆ, ਲੇਕਿਨ ਹਾਲੇ ਪੂਰਨ ਨਹੀਂ ਹੋਏ, ਪਰਮਾਤਮਾ 'ਚ ਮਰਜ ਨਹੀਂ ਹੋਏ, ਫਿਰ ਉੱਪਰਲੀਆਂ ਡਾਇਮੈਂਸ਼ਨਸ ਵਿੱਚ ਚਲ ਜਾਵਾਂਗੇ, ਉੱਥੇ ਪ੍ਰੋਗਰੈਸ ਬਹੁਤ ਸਲੋ ਹੈ। ਉਹ ਰੈਸਟ ਟਾਈਮ ਸਮਝ ਲਓ, ਵੀ ਰੈਸਟ ਕਰ ਰਹੇ ਆ, ਫਿਰ ਆਉਣਾ ਆ ਇੱਥੇ, ਉੱਥੇ ਵੀ ਲੈਸਨਸ ਮਿਲਦੇ ਨੇ, ਪਰ ਉਹ ਉੱਥੇ ਪ੍ਰੋਗਰੈਸ ਸਲੋ ਹੈ, ਕਿਉਂਕਿ ਆ ਦੁੱਖ ਆ, ਕਸ਼ਟ, ਅਬਸਟਰਕਲਸ, ਇਹ ਆਉਂਦੇ ਨਹੀਂ ਨਾ ਚਾਂਸ, ਟੈਸਟ ਪੈਂਦਾ ਹੀ ਨਹੀਂ ਉੱਥੇ, ਕੋਈ ਟੈਸਟ ਪੇਪਰ। ਇੱਥੇ ਹੀ ਮਾਤ ਲੋਕ ਵਿੱਚ, ਇਸ ਧਰਤ ਲੋਕ ਵਿੱਚ ਸਾਡੇ ਤੇ ਪਰਚੇ ਪੈਂਦੇ ਨੇ। ਆਪਾਂ ਜਦੋਂ ਸਕੂਲਾਂ 'ਚ ਜਾਂਦੇ ਸੀ, ਪੜ੍ਹਾਈਆਂ ਕਰਦੇ ਸੀ, ਅਗਰ ਟੀਚਰ ਸਾਡੇ ਉੱਤੇ ਟੈਸਟ ਹੀ ਨਾ ਪਾਵੇ, ਸਾਨੂੰ ਕਿਵੇਂ ਪਤਾ ਚੱਲੇਗਾ ਕਿ ਅਸੀਂ ਪਾਸ ਕਿ ਅਸੀਂ ਫੇਲ? ਨਹੀਂ ਪਤਾ ਚੱਲਦਾ। ਨਾ ਅਗਲੀ ਕਲਾਸ 'ਚ ਜਾ ਪਾਉਂਦੇ ਆ, ਟੀਚਰ ਫਿਰ ਭੇਜ ਨਹੀਂ ਪਾਉਂਦਾ, ਹੈ ਨਾ, ਉਹਨੂੰ ਵੀ ਨਹੀਂ ਪਤਾ ਚੱਲਦਾ ਕਿਸ ਲੈਵਲ 'ਚ ਹੈ। ਤੋ ਸਾਡਾ ਗੁਰੂ ਤਾਂ ਚਲੋ ਸਾਨੂੰ ਜਾਣਦਾ ਸਾਡਾ ਕੀ ਲੈਵਲ ਆ, ਪਰ ਸਾਡੇ ਲਈ ਉਹ ਟੈਸਟ ਪਾਏ ਜਾਂਦੇ ਨੇ ਜ਼ਿੰਦਗੀ ਵਿੱਚ, ਜਿਹੜੇ ਦੁੱਖ, ਰੋਗ, ਔਕੜ, ਮੁਸੀਬਤਾਂ, ਜੋ ਵੀ ਪਰੇਸ਼ਾਨੀਆਂ ਆਉਂਦੀਆਂ ਨੇ, ਇਹ ਸਾਰੇ ਸਾਡੇ ਲਈ ਟੈਸਟ ਪੇਪਰ ਹੁੰਦੇ ਨੇ। ਇਹਨਾਂ ਨੂੰ ਗੁਰੂ ਦੀ ਸਿੱਖਿਆ ਲੈ ਲੈ ਕੇ, ਗੁਰੂ ਦੀ ਅਸੀਸਾਂ ਦੇ ਨਾਲ ਚੱਲ ਕੇ, ਇਹਨਾਂ ਨੂੰ ਫਿਰ ਉਹਦੀ ਰਜ਼ਾ ਵਿੱਚ ਰਾਜੀ ਰਹਿ ਕੇ, ਉਹਦੇ ਭਾਣੇ ਨੂੰ ਸਮਝ ਕੇ, ਆਪਣਾ ਹੀ ਕੀਤਾ ਹੋਇਆ ਕਿ ਕਰਮਾਂ ਦਾ ਬੀਜ ਸਮਝ ਕੇ, ਫਿਰ ਇਹਦੇ ਵਿੱਚੋਂ ਅਸੀਂ ਹੌਲੀ ਹੌਲੀ ਸਾਡੀ ਤਰੱਕੀ ਜਿਹੜੀ ਹੋਣੀ ਸ਼ੁਰੂ ਹੋ ਜਾਂਦੀ ਹੈ। ਲੇਕਿਨ ਜਦੋਂ ਤੱਕ ਅਸੀਂ ਦੋਸ਼ ਹੀ ਦੇਈ ਜਾਂਦੇ ਹਾਂ, ਅਸੀਂ ਤਾਂ ਜੀਵਨ ਭਰ ਦੋਸ਼ ਦਿੰਦੇ ਹਾਂ ਵੀ ਇਹਦੇ ਕਾਰਨ ਮੇਰੇ ਜੀਵਨ ਵਿੱਚ ਇਹ ਹੋਇਆ। ਅਗਰ ਮੇਰੀ ਸੱਸ ਨਾ ਬੁਰੀ ਹੁੰਦੀ, ਮੇਰਾ ਜੀਵਨ ਕੁਝ ਹੋਰ ਹੋਣਾ ਸੀ। ਸਾਡੇ ਘਰ ਵਿੱਚ ਨੂੰਹ ਨਾ ਇਸ ਤਰ੍ਹਾਂ ਦੀ ਆ ਜਾਂਦੀ, ਸਾਡਾ ਜੀਵਨ ਕੁਝ ਹੋਰ ਹੋਣਾ ਸੀ। ਮੇਰੇ ਪਤੀ ਦਾ ਸੁਭਾਅ ਨਾ ਇਸ ਤਰ੍ਹਾਂ ਦਾ ਹੁੰਦਾ, ਮੇਰਾ ਜੀਵਨ ਕੁਝ ਹੋਰ ਹੋਣਾ ਸੀ। ਮੇਰੀ ਪਤਨੀ ਦਾ ਸੁਭਾਅ ਨਾ ਇਸ ਤਰ੍ਹਾਂ ਦਾ ਹੁੰਦਾ, ਮੇਰਾ ਜੀਵਨ ਕੁਝ ਹੋਰ ਹੋਣਾ ਸੀ। ਸਾਡੇ ਬੱਚੇ ਨਾ ਇਸ ਤਰ੍ਹਾਂ ਕਰਦੇ, ਸਾਡਾ ਜੀਵਨ ਕੁਝ ਹੋਰ ਹੋਣਾ ਸੀ। ਸੋ ਉਹ ਨਾ ਧੋਖਾ ਦੇ ਜਾਂਦਾ, ਮੇਰਾ ਜੀਵਨ ਕੁਝ ਹੋਰ ਹੋਣਾ ਸੀ। ਸੋ ਅਸੀਂ ਪਹਿਲੀ ਉਂਗਲ, ਜੋ ਵੀ ਸਾਡੇ ਜੀਵਨ ਵਿੱਚ ਦੁੱਖ ਆਉਂਦੇ ਨੇ, ਉਹਦਾ ਅਸੀਂ ਉਂਗਲ ਸੰਸਾਰ ਵੱਲ ਨੂੰ ਉਠਾਉਂਦੇ ਹਾਂ। ਵੱਡੀ ਕੋਈ ਘਟਨਾ ਵਾਪਰ ਜਾਵੇ, ਸੰਸਾਰ ਛੱਡ ਦਈਦਾ, ਰੱਬ ਨੂੰ ਫੜ ਲਈਦਾ। ਰੱਬਾ, ਮੈਂ ਤਾਂ ਕਦੀ ਕਿਸੇ ਦਾ ਬੁਰਾ ਨਹੀਂ ਕੀਤਾ, ਫਿਰ ਤੂੰ ਮੇਰੇ ਨਾਲ ਇਹ ਕਿਉਂ ਕਰ ਦਿੱਤਾ? ਲੇਕਿਨ ਨਹੀਂ, ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਨਾ ਤਾਂ ਦੋਸ਼ ਤੂੰ ਸੰਸਾਰ ਨੂੰ ਦੇ, ਨਾ ਨਿਰੰਕਾਰ ਨੂੰ ਦੇ, ਦੋਸ਼ ਦੇਣਾ ਸਿਰਫ ਆਪਣੇ ਆਪ ਨੂੰ ਦੇ। ਦੱਦੇ ਦੋਸ਼ ਨਾ ਦੇਉ ਕਿਸੈ, ਦੋਸ਼ ਕਰਮਾਂ ਆਪਣਿਆਂ, ਆਪਣੇ ਆਪ ਨੂੰ ਵੀ ਕਿਹਦਾ? ਆਪਣੇ ਕਰਮਾਂ ਨੂੰ। ਦੋਸ਼ ਕਰਮਾਂ ਆਪਣਿਆਂ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰਜਨ। ਜੋ ਮੈਂ ਕੀਤਾ ਉਹੀ ਮੈਂ ਪਾਇਆ। ਇਹ ਬਾਣੀ ਨੇ ਸਾਨੂੰ ਸਮਝਾ ਦਿੱਤਾ। ਹੁਣ ਅੱਜ ਤੋਂ ਬਾਅਦ ਸਾਡੇ ਜੀਵਨ ਵਿੱਚ ਜੋ ਆ ਰਿਹਾ, ਉਹਦੀ ਅਸੀਂ ਰਿਸਪੌਂਸਿਬਿਲਿਟੀ ਲੈਣੀ ਆ ਸਾਰਿਆਂ ਨੇ। ਅੰਦਰੋਂ ਕੰਪਲੇਂਟਸ ਖਤਮ ਹੋ ਜਾਣਗੀਆਂ, ਸਿਰਫ ਆਪਣੀ ਰਿਸਪੌਂਸਿਬਿਲਿਟੀ ਲੈ ਲਈਏ। ਇਹ ਮਾਤਾ ਪਿਤਾ ਮੈਨੂੰ ਇਸੇ ਕਾਰਨ ਮਿਲੇ, ਇਹੀ ਮਿਲਣੇ ਸੀ, ਮੈਂ ਹੀ ਇਹਦੇ ਵਿੱਚ ਕਾਰਨ। ਇਹ ਬੱਚੇ ਸਾਡੇ ਘਰ ਵਿੱਚ ਇਸ ਕਾਰਨ ਆਏ, ਇਹੀ ਮਿਲਣੇ ਸਨ। ਬੱਚੀਆਂ ਜਿਹੜੀਆਂ ਘਰ ਵਿੱਚ ਆਈਆਂ, ਇਹੀ ਮਿਲਣੀਆਂ ਸਨ। ਸਾਡੀਆਂ ਬੱਚੀਆਂ ਜਿਹੜੇ ਘਰਾਂ ਵਿੱਚ ਚਲ ਗਈਆਂ, ਉੱਥੇ ਹੀ ਜਾਣਾ ਸੀ, ਕਿਉਂਕਿ ਉੱਥੇ ਉਹਨਾਂ ਦੇ ਕਰਮਿਕ ਅਕਾਊਂਟ ਪਏ ਨੇ। ਜਿਹੜੀ ਬੱਚੀ ਸਾਡੇ ਘਰ ਵਿੱਚ ਆਈ, ਉਹਦੇ ਨਾਲ ਸਾਡੇ ਪਏ ਨੇ। ਹੈ ਸਾਡਾ ਕੋਈ ਵੀ ਨਹੀਂ, ਨਾ ਅਸੀਂ ਕਿਸੇ ਦੇ। ਸਿਰਫ ਇਹ ਸਾਡੇ ਕਰਮਾਂ ਦੇ ਰੂਪ ਵਿੱਚ ਇਹ ਰੂਹਾਂ ਜਿਹੜੀਆਂ ਆਈਆਂ ਨੇ, ਔਰ ਇੱਕ ਦੂਸਰੇ ਦੀ ਸਾਨੂੰ ਥੈਂਕਸ ਕਰਨਾ ਚਾਹੀਦਾ ਵੀ ਇਹ ਕਰਮ ਕਟਾਉਣ ਦੇ ਲਈ ਆ ਗਏ ਨੇ ਸਾਡੇ ਕੋਲ। ਜਿਹੜਾ ਜ਼ਿਆਦਾ ਦੁੱਖ ਦੇਵੇ, ਉਹਦਾ ਜ਼ਿਆਦਾ ਸ਼ੁਕਰ ਕਰੋ। ਇਹ ਆ ਗਿਆ ਟੈਸਟ ਪੇਪਰ ਲੈ ਕੇ, ਮੇਰਾ ਕਰਮ ਕਟਾਉਣ ਦੇ ਲਈ, ਮੇਰਾ ਹਿਸਾਬ ਕਿਤਾਬ ਕਲੀਅਰ ਕਰਨ ਲਈ, ਮੇਰੀ ਬੈਲੈਂਸ ਸ਼ੀਟ ਕਲੀਅਰ ਕਰਨ ਦੇ ਲਈ ਆ ਗਿਆ ਹੈ। ਪਰ ਉਹ ਸਾਡੇ ਉਹ ਦ੍ਰਿਸ਼ਟੀ ਨਹੀਂ ਆਉਂਦੀ, ਕਿਉਂਕਿ ਅਸੀਂ ਦੇਹਾਂ 'ਚ ਫਸੇ ਹਾਂ। ਹੁਣ ਬਾਣੀ 'ਚੋਂ ਸਮਝ ਕੇ ਫਿਰ ਅਸੀਂ ਆਪਣੀ ਰਿਸਪੌਂਸਿਬਿਲਿਟੀ ਲੈਣੀ ਆ, ਔਰ ਬੁਰੇ ਨਾਲ ਬੁਰਾ ਨਹੀਂ ਕਰਨਾ, ਆਪਣਾ ਚੰਗਾ ਸੁਭਾਅ ਨਹੀਂ ਛੱਡਣਾ, ਆਪਣੀਆਂ ਚੰਗਿਆਈਆਂ ਨਹੀਂ ਛੱਡਣੀਆਂ। ਤਾਂ ਫਿਰ ਉਹ ਦੁੱਖ ਨਹੀਂ ਲੱਗੇਗਾ,
ਫਿਰ ਕੀ ਸਮਝ ਲੱਗੇਗਾ, ਇਹ ਟੈਸਟ ਪੇਪਰ ਆਇਆ, ਇਹਨੂੰ ਹੁਣ ਨਾਮ ਜਪ ਕੇ ਗੁਰੂ ਦੀ ਮੱਤ ਲੈ ਕੇ ਕਲੀਅਰ ਕਰਨਾ। ਤੁਸੀਂ ਜਦੋਂ ਇਸ ਨਜ਼ਰੀਏ 'ਚ ਆ ਗਿਆ, ਤੁਹਾਨੂੰ ਆਪਣਾ ਆਪ ਹੀ ਆਪਣੀ ਰੂਹ ਦਾ ਇੱਕ ਹਲਕਾਪਨ ਲੱਗੇਗਾ ਔਰ ਸੰਸਾਰ ਤੋਂ ਡਿਟੈਚਮੈਂਟ ਨਜ਼ਰ ਆਉਣ ਲੱਗ ਜਾਏਗੀ। ਔਰ ਇਹੀ ਗੁਰੂ ਮਹਾਰਾਜ ਸਾਨੂੰ ਬਾਣੀ ਵਿੱਚੋਂ ਕਰਵਾ ਰਹੇ ਨੇ, ਜਿਹੜਾ ਮਹਾਰਾਜ ਕਹਿੰਦੇ ਦੱਦੇ ਦੋਸ ਨਾ ਦੇਉ ਕਿਸੈ, ਦੋਸ ਕਰਮਾਂ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ ਨਾ ਦੀਜੇ ਅਵਰ ਜਨਾ। ਕੋਈ ਬੱਚਾ ਘਰ ਵਿੱਚ ਆ ਗਿਆ ਵਿਹਲਾ, ਨਿਕੰਮਾ, ਨਿਠੱਲੂ, ਬਿਨਾਂ ਕਾਰਨ ਨਹੀਂ ਆਇਆ, ਉਹਨਾਂ ਦੇ ਕੋਈ ਕਰਜ਼ੇ ਦੇਣੇ ਸੀ, ਉਹ ਦੇ ਰਹੇ ਆ, ਹੱਸ ਕੇ ਦੇ ਲਿੱਤੇ ਜਾਣ। ਸੋ ਉਹ ਜਿਹੜਾ ਵਿਹਲਾ, ਉਹ ਵੀ ਉਹ ਸਾਡਾ ਕਰਮ ਬਣ ਕੇ ਆਇਆ। ਇਹ ਨਹੀਂ ਕਿ ਅਸੀਂ ਸਮਝਾਉਣਾ ਨਹੀਂ, ਉਹਨਾਂ ਨੂੰ ਸਿੱਖਿਆ ਨਹੀਂ ਦੇਣੀ, ਮੱਤ ਨਹੀਂ ਦੇਣੀ, ਉਹ ਸਾਰਾ ਕੁਝ ਆਪਣਾ ਪਾਰਟ ਪਲੇ ਕਰੀ ਜਾਣਾ। ਪਰ ਅੰਦਰੋਂ ਜਦੋਂ ਅਸੀਂ ਦੁਖੀ ਹੁੰਦੇ ਆ ਤਾਂ ਇਹਦਾ ਮਤਲਬ ਸਾਡੀ ਹਲੇ ਪ੍ਰੋਗਰੈਸ ਨਹੀਂ ਹੋ ਰਹੀ। ਦੁਖੀ ਹੋਣ ਦਾ ਮਤਲਬ ਕਿ ਅਸੀਂ ਅਟਕੇ ਹੋਏ ਆ। ਉਹਨੂੰ ਗੁਰਬਾਣੀ ਚੋਂ ਸਮਝ ਕੇ ਆਪਣਾ ਪਾਰਟ ਠੀਕ ਪਲੇ ਕਰਨ ਲੱਗ ਗਿਆ ਤਾਂ ਸਮਝ ਲਓ ਸਾਨੂੰ ਇਹ ਲੈਸਨਸ ਮਿਲਣਾ, ਇਹ ਲੈਸਨ ਸਾਨੂੰ ਮਿਲ ਰਿਹਾ, ਸਿੱਖਿਆ ਸਾਨੂੰ ਮਿਲ ਰਹੀ, ਔਰ ਸਾਡੀ ਹੁਣ ਪ੍ਰੋਗਰੈਸ ਹੋ ਰਹੀ ਹੈ ਸਾਡੀ ਰੂਹ ਦੀ। ਫਿਰ ਸ਼ਾਬਾਸ਼ੀ, ਸ਼ਾਬਾਸ਼ੀ, ਸ਼ੁਕਰ ਹੈ ਗੁਰੂ ਮਹਾਰਾਜ ਜੀ, ਗੁਰੂ ਦਾ ਸ਼ੁਕਰਾਨਾ, ਔਰ ਆਪਣੇ ਆਪ ਨੂੰ ਸ਼ਾਬਾਸ਼ੀ ਵੀ, ਸ਼ੁਕਰ ਹੈ ਇਹ ਸਿੱਖਿਆ ਲੈ ਲਈ, ਗੁਰੂ ਦੀ ਮੱਤ ਲੈ ਲਈ, ਗੁਰੂ ਕੀ ਮੱਤ ਤੋਂ ਲੈ ਆਨੇ, ਗੁਰੂ ਦੀ ਮੱਤ ਲੈ ਲਈਏ। ਭਗਤ ਬਿਨਾ ਵਰ ਡੁੱਬੇ ਸਵੈਨੇ, ਇਹ ਭਗਤੀ, ਇਹ ਵੀ ਭਗਤੀ 'ਚ ਹੀ ਆਉਂਦਾ, ਜਦੋਂ ਗੁਰੂ ਦੇ ਵਚਨ ਅਸੀਂ ਕਮਾਉਂਦੇ ਹਾਂ, ਉਹਨੂੰ ਮੰਨਦੇ ਹਾਂ, ਇਹ ਤਾਂ ਉੱਤਮ ਭਗਤੀ 'ਚ ਆ ਜਾਂਦਾ ਹੈ। ਇੱਕ ਹੁੰਦਾ ਵਾਹਿਗੁਰੂ ਵਾਹਿਗੁਰੂ ਕਰ ਲਿਆ, ਕੀਰਤਨ ਕਰ ਲਿਆ, ਗੁਰੂ ਦੀ ਗੱਲ ਮੰਨੀ ਨਹੀਂ, ਫਿਰ ਅਸੀਂ ਭਗਤ ਥੋੜ੍ਹੇ ਹੋਏ। ਵੀ ਜਿਹੜੇ ਵਚਨ ਕਮਾਉਂਦਾ, ਅਸਲੀ ਭਗਤੀ ਉਹ ਕਮਾ ਰਿਹਾ ਆ, ਨਾਲ ਨਾਮ ਜਪਣਾ, ਸੰਗਤ ਕਰਨੀ, ਕੀਰਤਨ ਕਰਨਾ, ਸਾਰਾ ਕੁਝ ਕਰਨਾ। ਸੋ ਮਹਾਰਾਜ ਜੀ ਕਹਿੰਦੇ ਨੇ ਇਹ ਜਿਹੜੇ ਸਾਨੂੰ ਦੁੱਖ ਆਉਂਦੇ ਨੇ ਨਾ ਜੀਵਨ ਦੇ ਵਿੱਚ, ਇਹ ਕਿਉਂ ਆਉਂਦੇ ਆ? ਇਹ ਕਿਉਂਕਿ ਅਸੀਂ ਜਿਹੜੇ ਕਰਮ ਕੀਤੇ ਆ ਉਹਦੇ ਕਾਰਨ ਆਉਂਦੇ ਆ, ਔਰ ਅਸੀਂ ਬੁਰੇ ਕਰਮ ਵੀ ਜਿਹੜੇ ਕੋਈ ਕਰਦੇ ਨੇ, ਕਿਉਂ ਕਰਦੇ ਨੇ? ਕਿਉਂਕਿ ਪਿਛਲਾ ਉਹਨਾਂ ਦਾ ਬੜਾ ਉਹ ਸਿਸਟਮ ਚੱਲਿਆ ਆ ਰਿਹਾ, ਉਹ ਸੰਸਕਾਰ ਵੀ ਨਾਲ ਚੱਲੇ ਆ ਰਹੇ ਨੇ। ਕਿਰਤ ਕੇ ਬਾਦੇ ਪਾਪ ਕਮਾਏ, ਸੋ ਫਿਰ ਮਾੜੇ ਕੰਮ ਕਰੀ ਜਾਂਦੇ ਨੇ ਕਿਉਂਕਿ ਸੰਸਕਾਰ ਬਣੇ। ਇਹੀ ਅਸੀਂ ਬਦਲਣਾ ਆਪਣਾ ਸੁਭਾਅ। ਜਿਹੜੇ ਸਾਡੀਆਂ ਐਡਿਕਸ਼ਨਸ ਨੇ, ਆਪਾਂ ਸਿਰਫ ਨਸ਼ਿਆਂ ਨੂੰ ਐਡਿਕਸ਼ਨ ਸਮਝਦੇ ਆ, ਆਪਣੀਆਂ ਮਾੜੀਆਂ ਆਦਤਾਂ ਦੀਆਂ, ਵਿਕਾਰਾਂ ਦੀਆਂ ਜਿਹੜੀਆਂ ਸਾਨੂੰ ਇਹ ਚਿੰਬੜੇ ਹੋਏ ਨੇ, ਐਡਿਕਸ਼ਨ ਜਿਹੜੀ ਸਾਡੀ ਹੋਈ ਸੁਭਾਅ ਬਣਿਆ ਆ, ਇਹਨੂੰ ਬਦਲਣਾ। ਅਸੀਂ ਸੰਗਤ ਕਰਨ ਦਾ ਪਰਪਸ ਇਹੀ ਹੈ, ਬਾਣੀ ਪੜ੍ਹਨ ਦਾ, ਨਾਮ ਜਪਣ ਦਾ, ਕੀਰਤਨ ਕਰਨ ਦਾ, ਕਥਾ ਵਿਚਾਰ ਸਰਵਣ ਕਰਨ ਦਾ, ਉਹ ਸਾਰਾ ਹੀ ਪਰਪਸ ਇਹੀ ਹੈ ਵੀ ਆਪਣੀਆਂ ਮੈਲਾਂ ਨੂੰ ਅਸੀਂ ਛੱਡਣਾ ਆ। ਲੇਕਿਨ ਇਹ ਗੁਰਪ੍ਰਸਾਦ, ਗੁਰੂ ਦੀ ਕਿਰਪਾ ਤੋਂ ਬਿਨਾਂ ਨਹੀਂ ਹੋ ਸਕਦਾ ਸੰਗਤ ਜੀ, ਕਿਉਂਕਿ ਸਾਨੂੰ ਤਾਂ ਇੰਨੀਆਂ ਮੈਲਾਂ ਨੇ, ਸਾਨੂੰ ਤਾਂ ਇੰਨੀਆਂ ਐਡਿਕਸ਼ਨਸ ਨੇ। ਜਨਮ ਜਨਮ ਕੇ ਇਸ ਮਨ ਕੋ ਮਲ ਲਾਗੀ ਕਾਲਾ ਹੁਆ ਸਿਆਹ, ਕਿੰਨੀਆਂ ਮੈਲਾਂ ਲੱਗੀਆਂ ਜਨਮਾਂ ਜਨਮ ਦੀਆਂ, ਮਰੀ ਜਾਂਦੇ, ਜੰਮੀ ਜਾਂਦੇ ਆ, ਮੈਲਿਆਂ ਦੇ ਮੈਲੇ ਹੀ ਕਰੀ ਜਾਂਦੇ ਆ। ਉਹ ਮਨ ਵਿੱਚ ਉਹੀ ਵੈਰ ਵਿਰੋਧ, ਚੁਗਲੀ, ਨਿੰਦਾ, ਈਰਸ਼ਾ, ਦਵੇਸ਼, ਇਹਦੇ ਵਿੱਚ ਹੀ ਜਾਈ ਜਾਂਦੇ ਆ। ਫਿਰ ਉਹੀ ਮੈਲ ਲੈ ਕੇ ਫਿਰ ਸਾਨੂੰ ਭੇਜਿਆ ਜਾਂਦਾ ਵੀ ਹਾਲੇ ਪਾਸ ਨਹੀਂ ਹੋਏ, ਚਲੋ ਫਿਰ ਧਰਤੀ ਦੇ ਉੱਤੇ ਫਿਰ ਤੁਸੀਂ ਉੱਥੇ ਸਿੱਖਿਆ ਲੈ ਕੇ ਆਓ, ਆਪਣੇ ਕਰਮ ਕਲੀਅਰ ਕਰਕੇ ਆਓ, ਪਰ ਅਸੀਂ ਨਵੇਂ ਕੰਡੇ ਬੀਜਣ ਲੱਗ ਜਾਂਦੇ ਹਾਂ। ਬਹੁਤ ਅਸੀਂ ਧਿਆਨ ਰੱਖਣਾ ਸੀਗਾ, ਅਸੀਂ ਸਾਰਿਆਂ ਨੇ, ਮੈਂ ਆਪਣੀ ਵੀ ਗੱਲ ਕਰ ਰਹੀ ਸੰਗਤ ਜੀ, ਅਸੀਂ ਸਾਰਿਆਂ ਨੇ ਹੁਣ ਤੱਕ ਅਸੀਂ ਜੋ ਸੁੱਤੇ ਸੁੱਤੇ ਕਰੀ ਜਾਂਦੇ ਆ ਨਾ, ਹੁਣ ਜਾਗੀਏ। ਮਾਰੇ ਕਹਿੰਦੇ ਜਾਗ ਸਲੋਨੜੀਏ, ਬੋਲੇ ਗੁਰਬਾਣੀ ਦਾ, ਇਹ ਜੀਵ ਆਤਮਾ ਤੂੰ ਜਾਗ, ਤੂੰ ਸੁੱਤੀ ਪਈਆਂ, ਤੈਨੂੰ ਗੁਰਬਾਣੀ ਬੋਲ ਬੋਲ ਕੇ ਸਮਝਾ ਰਹੀ, ਜਾਗ, ਅਵੇਅਰਨੈਸ ਚ ਹੋ, ਸਚੇਤ ਹੋ, ਤੂੰ ਕੀ ਕਰ ਰਹੀ ਹੈ, ਕੀ ਬੀਜ ਬੀਜੀ ਜਾ ਰਹੀ ਹੈ, ਸਿੱਖਿਆ ਲੈ ਕੇ ਤੂੰ ਕੀ ਕਰਨਾ ਸੀ, ਇਹ ਸਾਨੂੰ ਜਗਾ ਰਹੀ ਗੁਰਬਾਣੀ। ਤਾਂ ਮਹਾਰਾਜ ਜੀ ਕਹਿੰਦੇ ਆ ਕਿੰਨੀ ਜ਼ਿਆਦਾ ਸਾਨੂੰ ਜਨਮਾਂ ਦੀ ਮੈਲ ਲੱਗੀ ਆ, ਜਿੱਦਾਂ ਉਹ ਜਿਹੜਾ ਤੇਲੀ ਹੁੰਦਾ ਨਾ, ਜਿਹੜਾ ਤੇਲ ਕੱਢਦਾ, ਉਹਨੇ ਇੱਕ ਕੱਪੜਾ ਲੀਰ ਜੀ ਰੱਖੀ ਹੁੰਦੀ, ਉਹ ਬਾਰ-ਬਾਰ ਉਹਨਾਂ ਤੇਲ ਪੁੰਝਦਾ, ਸੋ ਉਸ ਕੱਪੜੇ ਨੂੰ ਜਿੰਨਾ ਮਰਜ਼ੀ ਧੋਈ ਜਾਓ, ਉਹ ਚੋਂ ਤੇਲ ਨਿਕਲਦਾ ਨਹੀਂ, ਕਿਉਂਕਿ ਬਾਰ-ਬਾਰ ਉੱਤੇ ਉਹ ਤੇਲ ਲਾਈ ਜਾਂਦਾ। ਇੱਦਾਂ ਹੀ ਅਸੀਂ ਬਾਰ-ਬਾਰ, ਗੁਰੂ ਮਹਾਰਾਜ ਸਾਨੂੰ ਸਮਝਾ ਰਹੇ ਨੇ, ਬਾਰ-ਬਾਰ ਮੈਲਾਂ ਲਾਈ ਜਾਂਦੇ ਆਪਣੇ ਮਨ ਦੇ ਉੱਤੇ, ਇਸ ਕਾਰਨ ਸਾਡੀ ਮੈਲ ਫਿਰ ਨਹੀਂ ਉਤਰਦੀ। ਫਿਰ ਮਹਾਰਾਜ ਜੀ ਕਹਿੰਦੇ ਫਿਰ ਹੁੰਦਾ ਕੀ ਹੈ, ਇਹ ਤਾਂ ਮੈਲ ਤਾਂ ਨਹੀਂ ਉਤਰਦੀ ਚਾਹੇ ਤੁਸੀਂ 100 ਵਾਰ ਵੀ ਉਹਨੂੰ ਧੋ ਲਓ ਉਸ ਕੱਪੜੇ ਨੂੰ, ਤਾਂ ਫਿਰ ਕੀ ਕਰੋ, ਗੁਰੂ ਦੀ ਮੱਤ ਲਓ, ਫਿਰ ਗੁਰੂ ਦੀ ਸ਼ਰਨ ਵਿੱਚ ਆ ਜਾਓ, ਫਿਰ ਹੁਣ ਕਮਾਲ ਹੋਵੇਗੀ। ਫਿਰ ਉਹ ਜਿਹੜੀ ਬਾਰ-ਬਾਰ ਮੈਲ ਲੱਗਣੀ ਬੰਦ ਹੋ ਕੇ ਹੁਣ ਉਹ ਤੇਲੀ ਦੀ ਲੀਰ ਧੋਣੀ ਸ਼ੁਰੂ ਹੋ ਜਾਵੇਗੀ, ਹੁਣ ਸਾਡਾ ਮਨ ਦੀ ਮੈਲ ਧੋਣੀ ਸ਼ੁਰੂ ਹੋ ਜਾਏਗੀ। ਮਹਾਰਾਜ ਕਹਿੰਦੇ ਗੁਰ ਪ੍ਰਸਾਦੀ, ਗੁਰੂ ਦੀ ਕਿਰਪਾ ਦੇ ਨਾਲ ਜਦੋਂ ਗੁਰੂ ਦੀ ਸ਼ਰਨ ਵਿੱਚ ਆ ਗਏ, ਗੁਰੂ ਦੇ ਬਚਨਾਂ ਨੂੰ ਮੰਨਣ ਲੱਗ ਗਏ,
गुर प्रसादी जीवत मरै, फिर उल्टी होवे मत बदलाओ। फिर तेरा तेरा ਜਿਹੜੀਆਂ ਮਨ ਦੀਆਂ ਮਰਜ਼ੀਆਂ ਨਾ ਇਹ ਫਿਰ ਮਰ ਜਾਂਦੀਆਂ ਤੇਰੀਆਂ। ਇਹ ਹੈ ਜੀਵਤ ਮਰਨਾ। ਮਨ ਦੀ ਮਰਜ਼ੀ ਨਹੀਂ। ਹੁਣ ਗੁਰੂ ਦੀ ਮੱਤ ਤੇਰੇ ਤੇ ਕੰਮ ਕਰਨ ਲੱਗ ਗਈ ਤਾਂ ਫਿਰ ਤੇਰੀ ਮੱਤ ਹੀ ਬਦਲ ਜਾਏਗੀ। ਹੁਣ ਜਿਹੜੀ ਮੈਲੀ ਮੱਤ ਆ ਇਹ ਫਿਰ ਚੰਗੀ ਹੋ ਜਾਏਗੀ, ਸ਼ੁੱਧ ਹੋ ਜਾਏਗੀ। ਸੋ ਗੁਰਬਾਣੀ ਨੇ ਜੋ ਜੋ ਵੀ ਸਾਨੂੰ ਬਹੁਤਾਂ ਪੰਕਤੀਆਂ ਸਾਨੂੰ ਰੱਟੀਆਂ ਨੇ, ਜਿਹੜੀਆਂ ਸਾਨੂੰ ਸਮਝਾ ਹੀ ਰਹੀਆਂ ਨੇ, ਉਹ ਰੱਟਣ ਦਾ ਮਤਲਬ ਇਹ ਆ ਕਿ ਸਾਡਾ ਜੀਵਨ ਦੇ ਵਿੱਚ ਉਤਰ ਜਾਣ। ਬਸ ਇਹ ਕਰਨਾ ਅਸੀਂ ਕੰਮ, ਇਹ ਅਸੀਂ ਜਾਗਣਾ ਹੁਣ ਸਾਰਿਆਂ ਨੇ। ਆਪਣੇ ਜਦ ਦੁੱਖ ਆਉਂਦੇ ਨੇ ਜੀਵਨ ਦੇ ਵਿੱਚ ਤਾਂ ਉਹਨਾਂ ਨੂੰ ਅਸੀਂ ਦੇਖ ਲੈਣਾ ਇਹ ਕੋਈ ਸਾਡਾ ਬੀਜਿਆ ਕਰਮ ਆਇਆ, ਰੱਬ ਦੇ ਹੁਕਮ ਵਿੱਚ ਆਇਆ, ਔਰ ਇਹਦੇ ਲਈ ਮੈਂ ਹੀ ਰਿਸਪੌਂਸੀਬਲ ਆ, ਨਾ ਦੂਸਰਾ ਨਹੀਂ, ਦੂਸਰੇ ਨੂੰ ਦੋਸ਼ ਨਹੀਂ ਦੇਣਾ। ਫਿਰ ਟਰਾਂਸਫਾਰਮੇਸ਼ਨ ਕਰਨੀ ਹੈ। ਇਹ ਮੈਥਡ ਆ ਸਾਡਾ ਬਦਲਾਅ ਦਾ। ਫਿਰ ਬਦਲਣਾ ਆਪਣੇ ਆਪ ਨੂੰ, ਆਪਣੇ ਸੁਭਾਅ, ਆਪਣੀਆਂ ਆਦਤਾਂ, ਆਪਣੀ ਸੋਚ, ਆਪਣੇ ਸ਼ਬਦ। ਦੇਖੋ ਕਿੰਨੀ ਵਾਰ ਇੱਥੋਂ ਫਿੱਕੇ ਵੀ ਬੋਲ ਦਿੰਦੇ ਆ, ਗਾਲਾਂ ਤੱਕ ਵੀ, ਚੁਗਲੀ ਨਿੰਦਿਆ ਬੁਰਾਈ ਤੱਕ ਵੀ, ਬਦਦੁਆਵਾਂ ਤੱਕ ਦੇ ਦਿੰਦੇ ਆ। ਉਹ ਅਸੀਂ ਆਪਣੇ ਲਈ ਬੀਜ ਰਹੇ। ਇਹ ਧਿਆਨ ਰੱਖਣਾ। ਲੇਡੀਜ਼ ਮਿੰਟ ਨਹੀਂ ਲਾਉਂਦੀਆਂ ਬਦਦੁਆ ਦੇਣ, ਕੰਟਰੋਲ ਨਹੀਂ ਕਿਉਂਕਿ ਹੁੰਦਾ ਨਹੀਂ ਭਾਈ। ਇਸ ਕਰਕੇ ਬਾਰ-ਬਾਰ ਆਪਾਂ ਜਦੋਂ ਵੀ ਸੰਗਤ ਕਰਦੇ ਆ, ਕੈਂਪ ਵਿੱਚ ਵੀ ਇਹ ਕਿਹਾ ਜਾਂਦਾ, ਇਹ ਬਾਣੀ ਨੇ ਸਾਨੂੰ ਸਮਝਾਇਆ ਬੁਰੇ ਦਾ ਭਲਾ ਕਰ। ਇਹ ਰੱਬੀ ਕਾਨੂੰਨ ਹੈ। ਜਿਹੜੀ ਬਾਣੀ ਹੈ ਨਾ ਰੱਬੀ ਕਾਨੂੰਨ ਹੈ, ਕਾਸਮਿਕ ਲਾਅ ਸਾਨੂੰ ਸਮਝਾਇਆ। ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਦੇਹੀ ਰੋਗ ਨਾ ਲੱਗੀ, ਪੱਲੇ ਸਭ ਕੁਛ ਪਾਏ। ਬੁਰੇ ਦਾ ਵੀ ਭਲਾ ਕਰ, ਫਿਰ ਕੀ ਹੋਏਗਾ? ਤੈਨੂੰ ਰੋਗ ਹੀ ਨਹੀਂ ਲੱਗਣਗੇ। ਪੱਲੇ ਸਭ ਕੁਛ ਪਾਏ ਤਾਂ ਰੱਬ ਨੂੰ ਪਾ ਲਏਗਾ। ਹੁਣ ਜਿਹੜਾ ਭਲਾ ਕਰਦਾ, ਭਲਾ ਸੋਚਦਾ, ਭਲਾ ਮੰਗਦਾ, ਉਹ ਭਲਾ ਹੀ ਹੋਵੇਗਾ, ਭਲਾ ਹੀ ਹੋਈ ਜਾਵੇਗਾ। ਉਹਦੀਆਂ ਮੈਲਾਂ ਉਤਰਨ ਲੱਗ ਜਾਣਗੀਆਂ। ਰੱਬੀ ਕਾਨੂੰਨ ਅਸੀਂ ਨਾਲੋਂ ਨਾਲ ਸਮਝੀ ਜਾ ਰਹੇ ਹਾਂ, ਜਿਹਦੇ ਨਾਲ ਸਾਡਾ ਕਲਿਆਣ ਹੋਵੇ, ਜਿਹਦੇ ਨਾਲ ਅਸੀਂ ਪਾਰ ਚੱਲ ਜਾਈਏ ਇਹ ਮੈਲਾਂ ਤੋਂ। ਇਹ ਦੁੱਖ ਤਾਂ ਬਲੈਸਿੰਗਸ ਆਈਆਂ, ਸਾਡੇ ਲਈ ਆਸ਼ੀਰਵਾਦ ਆ ਗਏ। ਇਹ ਸਾਡਾ ਕਰਮਾਂ ਦਾ ਹਿਸਾਬ ਕਲੀਅਰ ਕਰਨ ਦੇ ਲਈ ਆ ਗਏ, ਸਾਨੂੰ ਸ਼ਕਤੀਸ਼ਾਲੀ ਬਣਾਉਣ ਦੇ ਲਈ ਆ ਗਏ। ਦਲਾਈ ਲਾਮਾ ਜੀ ਕਹਿੰਦੇ ਨੇ ਦੁੱਖ ਤਾਂ ਨੇ ਜੀਵਨ ਦੇ ਵਿੱਚ, ਮਹਾਂਪੁਰਖ ਕਹਿੰਦੇ ਨੇ ਇਹ ਆਣਗੇ, ਦੁੱਖ ਪਰੇਸ਼ਾਨੀ ਆਣਗੇ, ਪਰ ਇਹਨੂੰ ਛੱਡ ਲੈਣਾ ਜਾਂ ਇਹਨੂੰ ਫੜ ਕੇ ਰੱਖਣਾ ਸਾਡੇ ਉੱਤੇ ਹੈ। ਛੱਡ ਲੈਣਾ ਇਹੀ ਮਤਲਬ ਹੈ ਕਿ ਕਿਸੇ ਦਾ ਦੋਸ਼ ਨਹੀਂ, ਇਹ ਮੇਰਾ ਕਰਮ ਆ। ਹੁਣ ਮੈਂ ਆਪਣਾ ਸਿੱਖੀਜ਼ਮ ਮੁਤਾਬਕ ਲਈਏ, ਹੁਣ ਮੈਂ ਨਾਮ ਜਪ ਕੇ ਆਪਣਾ ਸਮਾਂ ਜਿਹੜਾ ਦੁੱਖ 'ਚ ਮਨ ਲਾਇਆ ਹੋਇਆ ਉਹੀ ਗੁਰੂ ਦੇ ਨਾਲ ਜੋੜ ਕੇ, ਬਾਣੀ ਨਾਲ ਜੋੜ ਕੇ, ਪਰਮਾਤਮਾ ਨਾਲ ਜੋੜ ਕੇ ਇਹ ਸਮਾਂ ਵੀ ਨਿਕਲ ਜਾਣਾ ਔਰ ਮੈਨੂੰ ਸਿੱਖਿਆ ਵੀ ਵਧੀਆ ਮਿਲ ਜਾਣੀ। ਫੜ ਕੇ ਰੱਖਿਆ ਤਾਂ ਅਸੀਂ ਪੁਰਾਣੀਆਂ ਗੱਲਾਂ ਨਹੀਂ ਛੱਡਦੇ, 30-30 ਸਾਲ ਪੁਰਾਣੀਆਂ, 50-50 ਸਾਲ ਪੁਰਾਣੀਆਂ ਦੁੱਖਾਂ ਦੀ, ਉਹ ਫੜ ਕੇ। ਇਹ ਸਾਡੇ ਉੱਤੇ, ਇਹ ਸਾਡੀ ਆਪਣੀ ਚੋਇਸ ਹੈ। ਇਹ ਹੁਣ ਅਸੀਂ ਸਾਰਿਆਂ ਨੇ ਧਿਆਨ ਰੱਖਣਾ, ਛੱਡਣਾ। ਅੱਜ ਅਸੀਂ ਜੋ ਵੀ ਐਵੇਂ ਬੈਠ ਕੇ ਦੁੱਖ ਦੀਆਂ ਚਰਚਾ ਨਹੀਂ ਕਰੀ ਜਾਣੀਆਂ, ਉਹਨੇ ਮੇਰੇ ਨਾਲ ਉਹ ਮਾੜਾ ਕੀਤਾ ਸੀ, ਉਹ ਧੋਖਾ ਦਿੱਤਾ ਸੀ, ਨਹੀਂ। ਉਹ ਹੁਣ ਬਾਣੀ ਕਹਿੰਦੀ ਹੈ ਫੋਰਗਿਵ ਕਰੋ, ਮਾਫ ਕਰੋ। ਜਦੋਂ ਮਾਫ ਕਰਨਾ ਸਿਖਾ ਦਿੱਤਾ ਫਿਰ ਉਹ ਕਿਉਂ ਮਾੜੀ ਚਰਚਾ ਕਰੀ ਜਾਣੀ ਬਾਰ-ਬਾਰ? ਫਿਰ ਤਾਂ ਇਸ ਨਜ਼ਰੀਏ ਨਾਲ ਦੇਖੀਏ, ਉਹ ਮੇਰਾ ਕੋਈ ਕਰਮ ਆਇਆ ਸੀ, ਤੋ ਹਿਸਾਬ ਕਿਤਾਬ ਕਲੀਅਰ ਹੋ ਗਿਆ, ਰਿਸਪੌਂਸਿਬਿਲਿਟੀ ਆਪਣੀ ਲਈ ਜਾਣੀ। ਅੱਜ ਤੋਂ ਇਹ ਕੰਮ ਕਰਨਾ, ਮੇਨ ਤਾਂ ਬਸ ਇਹੀ, ਆਪਣੀ ਰਿਸਪੌਂਸਿਬਿਲਿਟੀ ਲੈ ਕੇ ਟਰਾਂਸਫਾਰਮੇਸ਼ਨ ਵਿੱਚ ਅਸੀਂ ਜਾਣਾ। ਫਿਰ ਇਹ ਬਲੈਸਿੰਗਸ ਬਣੀ ਜਾਣੀਆਂ ਸਾਡੇ ਲਈ, ਆਸ਼ੀਰਵਾਦ। ਨਹੀਂ ਤਾਂ ਦੁੱਖ ਸੰਤਾਪ 'ਚ ਹੀ ਜਾਈ ਜਾਣਾ, ਉਹਦੀ ਚਰਚਾ ਕਰ ਕਰਕੇ ਉੱਚੀ ਦੁਖੀ ਰਹੀ ਜਾਣਾ ਅਸੀਂ ਸਾਰੇ। ਹੈ ਨਾ ਇੰਟਰਸਟਿੰਗ? ਇਹ ਗੁਰੂ ਮਹਾਰਾਜ ਜਿਹੜੇ ਵਚਨ ਕਹੇ, ਦੁੱਖ ਦਾਰੂ ਸੁੱਖ ਰੋਗ ਭਇਆ। ਸੁੱਖ ਕਿਵੇਂ ਰੋਗ ਬਣ ਜਾਂਦੇ ਨੇ? ਜਾਂ ਸੁੱਖ ਤਾਮ ਨਾ ਹੋਈ, ਸੁੱਖਾਂ ਵਿੱਚ ਤਾਂ ਪਰਮਾਤਮਾ ਯਾਦ ਹੀ ਨਹੀਂ ਆਉਂਦਾ, ਦੁੱਖਾਂ ਵਿੱਚ ਤਾਂ ਯਾਦ ਆਉਂਦਾ। ਚਾਹੇ ਦੁੱਖ ਕੱਟਣ ਲਈ ਅਸੀਂ ਉਹਨੂੰ ਯਾਦ ਕਰਦੇ ਹਾਂ, ਉਹ ਯਾਦ ਕਰਦਿਆਂ ਪਤਾ ਹੀ ਨਹੀਂ ਲੱਗਦਾ, ਫਿਰ ਅੰਦਰ ਹੋਰ ਵੀ ਕਿੰਨੀ ਸਮਝ ਆਉਣ ਲੱਗ ਜਾਂਦੀ ਹੈ, ਕੁਛ ਡੀਪ ਜਾਣ ਲੱਗ ਜਾਂਦੇ ਆ, ਕੁਛ ਅੰਦਰੋਂ ਵੀ ਬਹੁਤ ਕੁਛ ਤੁਹਾਨੂੰ ਮੈਸੇजेस ਮਿਲਣੇ ਸ਼ੁਰੂ ਹੋ ਜਾਂਦੇ ਨੇ। ਜਿਹੜਾ ਅੰਦਰ ਸਭ ਦੇ ਗਿਆਨ ਪਿਆ, ਸੱਚ ਪਿਆ ਅੰਦਰ, ਉਹ ਵੀ ਤੁਹਾਨੂੰ ਫਿਰ ਬਹੁਤ ਕੁਛ ਤੁਹਾਨੂੰ ਗਾਈਡਲਾਈਨਸ ਮਿਲਣੀਆਂ ਸ਼ੁਰੂ ਹੋ ਜਾਂਦੀਆਂ। ਅੰਦਰ ਹੀ ਹੈ ਜਿਹੜਾ ਸਤਿਗੁਰ ਬੈਠਾ। ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਬਿਨਾਸੀ ਪੁਰਖ ਹੈ, ਸਭ ਮੇਰੇ ਆਸਮਾਏ। ਉਹ ਅਬਿਨਾਸੀ ਪੁਰਖ ਅੰਦਰੋਂ ਫਿਰ ਬਹੁਤ ਸੁਨੇਹੇ ਦਿੰਦਾ ਹੈ। ਉਹ ਕਿਉਂਕਿ ਅਸੀਂ ਬਾਹਰ ਹੀ ਫਸੇ ਹਾਂ, ਦੂਜਿਆਂ 'ਚ ਹੀ ਫਸੇ ਹਾਂ, ਉਸ ਸੁਨੇਹੇ ਤੱਕ ਅਸੀਂ ਪਹੁੰਚ ਹੀ ਨਹੀਂ ਪਾਉਂਦੇ। ਜਿਹੜਾ ਸੱਚ ਆ, ਜਿਹੜਾ ਗਿਆਨ ਆ, ਜਿਹੜਾ ਮਹਾਰਾਜ ਸਾਨੂੰ ਦੱਸਦੇ ਨੇ, ਐਡਮਿਟ ਕਰੋ ਇਹ ਚੀਜ਼, ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ,
ना मैनूं कोई ज्ञान आ, ना कोई मैं धर्मी आ, ना कोई शुभ कर्म कर रहा, ना परमात्मा तेरे बारे जानता आ, पर हुण तू की कर, सब ते वड्डा सतगुरु नानक जिन कल राखी मेरी। हुण तू गुरु दी शरण च आ, तेरे कर्म भी नेक हो जाएंगे, तू धर्मी भी हो जाएगा, तेरे अंदर सच का ज्ञान भी जागृत हो जाएगा, तू वाहिगुरु जी नूं भी मिल लवेगा। गुरु दे नाल, गुरु मतलब गुरबाणी दे नाल, गुरबाणी दे जो अंदर जो ज्ञान रखिया पिया वो तू मन के उहदे मुताबिक चलना। इस करके गुरु नानक सच्चे पातशाह जी ने कह दिता हुक्म रजाई चलना, हुक्म दे विच चल, उहदी रजा विच, उहदे बाणी विच। ये सारे रब्बी कानूनां मुताबिक चलना मतलब उहदी रजा विच ही चलना आ। महाराज जी कहंदे रब्बी कानून दस दिता ना, नानक फिक्का बोलीए तन मन फिक्का होए। ਫਿਰ ਅਸੀਂ ਕਿਵੇਂ ਕਿਸੇ ਦੀ ਚੁਗਲੀ ਨਿੰਦਿਆ ਬੁਰਾਈ ਕਰ ਸਕਦੇ ਹਾਂ, ਕਿਸੇ ਦੀ ਔਗੁਣਾਂ ਦੀ ਚਰਚਾ ਕਰ ਸਕਦੇ ਹਾਂ, ਕਿਸੇ ਨੂੰ ਇੱਥੋਂ ਅਸੀਂ ਗਾਲਾਂ ਕੱਢ ਸਕਦੇ ਹਾਂ, ਕਿਸੇ ਦਾ ਅਪਮਾਨ ਕਰ ਸਕਦੇ ਹਾਂ, ਇਹ ਫਿੱਕਾ ਹੀ ਬੋਲਣਾ ਸਾਰਾ। ਸੋ ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤ, ਇਹ ਰੱਬੀ ਕਾਨੂੰਨ ਹੀ ਹੈ ਨਾ ਸਾਰੇ। ਆਸਾ ਕੀ ਵਾਰ ਵਿੱਚ ਇੰਨੇ ਰੱਬੀ ਕਾਨੂੰਨ ਨੇ, ਇਸ ਕਰਕੇ ਸਿੱਖ ਧਰਮ ਚ ਮਰਿਆਦਾ ਬਣੀ ਹੋ ਆ। ਇਹ ਜਪਜੀ ਸਾਹਿਬ ਦਾ ਪਾਠ ਰੋਜ਼ ਆਸਾ ਕੀ ਵਾਰ ਦੇ, ਇਹ ਕਿਉਂ ਮਰਿਆਦਾ ਵੀ ਉਹ ਰੱਬੀ ਕਾਨੂੰਨ ਸਾਨੂੰ ਯਾਦ ਆਈ ਜਾਣ। ਅਸੀਂ ਕਹਿੰਦੇ ਅਸੀਂ ਆਸਾ ਕੀ ਵਾਰ ਕੰਠ ਕਰ ਲਈ, ਅਸੀਂ ਸੁਖਮਨੀ ਕੰਠ ਕਰ ਲਈ, ਅਸੀਂ ਪੰਜੇ ਬਾਣੀਆਂ ਕੰਠ ਕਰ ਲਈਆਂ, ਬਹੁਤ ਅੱਛੀ ਗੱਲ ਆ। ਇਹ ਤਾਂ ਬਹੁਤ ਅੱਛੀ ਗੱਲ ਹੈ, ਜਿਹੜਾ ਬਾਰ-ਬਾਰ ਪੜ੍ਹਦਾ ਹੋਏਗਾ ਉਹੀ ਕੰਠ ਕਰ ਸਕਦਾ ਨਾ। ਪਰ ਇਹ ਤੋਂ ਅੱਗੇ ਵੀ ਜਾਣਾ ਹੁਣ ਅਸੀਂ, ਜੋ ਜਪਜੀ ਸਾਹਿਬ ਵਿੱਚ ਕਿਹਾ ਜਾਂਦਾ ਨਾ, ਪੁੰਨੀ ਪਾਪੀ ਆਖਣ ਨਾ ਹੈ, ਕਰ ਕਰ ਕਰਨਾ ਲਿਖ ਲੈ ਜਾਓ, ਆਪੇ ਬੀਜ ਆਪੇ ਹੀ ਖਾਓ। ਤੂੰ ਆਪੇ ਕਰੀ ਜਾਨਾ, ਵਾਰ-ਵਾਰ ਕਰੀ ਜਾਨਾ, ਫਿਰ ਲਿਖਾਈ ਜਾਨਾ ਆਪਣੇ ਨਾਲ, ਆਪ ਹੀ ਬੀਜਦਾ ਕਰਮਾਂ ਦੇ ਬੀਜ, ਆਪੇ ਉਹਦਾ ਫਲ ਖਾਈ ਜਾਨਾ। ਸੋ ਇਹ ਕਿੰਨਾ ਧਿਆਨ ਰੱਖਣਾ, ਇਹ ਰੱਬੀ ਕਾਨੂੰਨ ਹੀ ਨੇ ਨਾ ਸਾਰੇ। ਮਾਰੇ ਕਹਿੰਦੇ ਤੂੰ ਹੁਣ ਤੇਰਾ ਪਰਪਸ ਤਾਂ ਹੀ ਤੂੰ ਸਚਿਆਰੇ ਹੋਣ ਲਈ ਤੈਨੂੰ ਭੇਜਿਆ ਗਿਆ ਇੱਥੇ, ਸ਼ੁੱਧ ਹੋਣ ਲਈ, ਪਿਓਰ ਹੋਣ ਲਈ, ਖਾਲਸ ਹੋਣ ਲਈ। ਕਿਵੇਂ ਹੋਵੇਂਗਾ ਤੂੰ ਸਚਿਆਰਾ? ਕਿਵ ਸਚਿਆਰਾ ਹੋਈਐ, ਕਿਵ ਕੂੜਾ ਟੁੱਟੈ ਪਾਲ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਇਹ ਤੂੰ ਰੱਬ ਦੀ ਰਜ਼ਾ ਵਿੱਚ ਰਾਜੀ ਹੋ। ਅਸੀਂ ਕਹਿੰਦੇ ਮੇਰੇ ਨਾਲ ਇਹ ਕਿਉਂ ਹੋ ਗਿਆ? ਮਾਰੇ ਕਹਿੰਦੇ ਤੇਰੇ ਕਾਰਨ ਹੋਇਆ, ਤੂੰ ਹੀ ਕਾਰਨ ਹੈ, ਹੋਰ ਕੋਈ ਕਾਰਨ ਨਹੀਂ, ਤੂੰ ਹੀ ਹੈ ਕਾਰਨ। ਸੋ ਆਪਣੀ ਰਿਸਪੋਂਸਿਬਿਲਿਟੀ ਲਈਏ, ਜੋ ਮੇਰੇ ਜੀਵਨ ਵਿੱਚ ਮੈਨੂੰ ਮਿਲਿਆ ਇਹ ਮੇਰੇ ਹੀ ਕਾਰਨ ਮਿਲਿਆ। ਹੁਣ ਇੱਥੇ ਹੀ ਇਹ ਜੋ ਮੈਨੂੰ ਮਿਲਿਆ, ਪਰਿਵਾਰ, ਸੋਸਾਇਟੀ, ਸਮਾਜ, ਧਰਮ, ਐਨਵਾਇਰਮੈਂਟ, ਇਹਨੂੰ ਖੜੇ ਮੱਥੇ ਸਵੀਕਾਰ ਕਰਨਾ, ਇਹ ਹੈਗੀ ਆ। ਫਿਰ ਸਮਝਾਂਗੇ ਥੋੜਾ ਜਿਹਾ ਹੁਕਮ ਵੱਲ ਨੂੰ ਹੋਣਾ ਸ਼ੁਰੂ, ਥੋੜਾ ਜਿਹਾ, ਜ਼ਿਆਦਾ ਨਹੀਂ ਹਲੇ ਹੋਏ, ਥੋੜਾ ਜਿਹਾ ਇਹਨੂੰ ਸਵੀਕਾਰ ਕਰਨਾ, ਐਕਸੈਪਟੈਂਸ ਹੈ, ਬਹੁਤ ਜ਼ਰੂਰੀ ਹੈ। ਤਾਂ ਸਾਰਾ ਫੋਕਸ ਅਸੀਂ ਜਿਹੜਾ ਕਰਨਾ, ਗੁਰੂ ਦੀ ਮੱਤ ਲੈ ਕੇ ਆਪਣੇ ਆਪ ਨੂੰ ਸ਼ੁੱਧ ਕਰਨ ਤੇ ਕਰਨਾ, ਸਾਰਾ ਫੋਕਸ। ਸਾਰਿਆਂ ਨੇ ਸੰਗਤ ਜੀ, ਅਸੀਂ ਹੁਣ ਜਾਗਣਾ, ਅਸੀਂ ਸੁੱਤੇ ਹੀ ਪਏ ਹਾਂ ਸਰੀਰਾਂ 'ਚ, ਅਸੀਂ ਸੁੱਤੇ ਪਏ ਰਿਸ਼ਤਿਆਂ ਵਿੱਚ, ਅਸੀਂ ਸੁੱਤੇ ਪਏ ਹਾਂ ਆ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੇ ਵਿੱਚ। ਕਿੰਨਾ ਸਾਡੀ ਮੈਂ ਇਹੀ ਸਾਡੀ ਮੈਂ ਸਾਨੂੰ ਦੁੱਖ ਦੇ ਰਹੀ ਹੈ। ਤਾਂ ਹੁਣ ਰੱਬੀ ਕਾਨੂੰਨ ਕਹਿੰਦਾ ਅਸੀਂ ਨਾਲ ਨਾਲ ਵਿਚਾਰਾ ਕਰ, ਰੱਬੀ ਕਾਨੂੰਨ ਕਹਿੰਦਾ ਵੀ ਨਿਮਰਤਾ 'ਚ ਆ ਜਾ ਤੂੰ, ਆਪਸ ਕੋ ਜੋ ਜਾਣੇ ਨੀਚਾ ਸੋ ਗਨੀਏ ਸਭ ਤੇ ਉੱਚਾ। ਰੱਬੀ ਕਾਨੂੰਨ ਕਹਿੰਦਾ ਤੂੰ ਸੇਵਾ ਕਰ। ਗੁਰੂ ਨਾਨਕ ਦੇਵ ਜੀ ਨੇ 3 ਕਾਨੂੰਨ ਇੰਨੇ ਸਿਧਾਂਤ ਦੇ ਦਿੱਤੇ ਪੂਰੇ ਵਰਲਡ ਨੂੰ। ਸੁੱਚੀ ਕਿਰਤ, ਕਿਰਤ ਕਮਾਈ ਸੁੱਚੀ ਕਰਕੇ ਲੈ ਕੇ ਆਪਣੇ ਘਰ, ਧੋਖਾ ਨਾ ਦੇਈਂ ਕਿਸੇ ਨੂੰ, ਬੇਈਮਾਨੀ ਠੱਗੀ ਠੋਰੀ ਕਰਕੇ ਨਾ ਲੈ ਕੇ ਆਈ, ਕਿਉਂਕਿ ਇਹਦੀ ਹੋਰ ਵੀ ਜ਼ਿਆਦਾ ਸਜ਼ਾ। ਜਿਹਦਾ ਚੀਟ ਕਰਕੇ ਲੈ ਕੇ ਆਏ, ਜਿਹਨੂੰ ਧੋਖਾ ਦੇ ਕੇ ਲੈ ਕੇ ਆਏ, ਉਹਦੇ ਮਾੜੇ ਕਰਮ ਵੀ ਤੁਹਾਡੇ ਅਕਾਊਂਟ ਵਿੱਚ ਆ ਗਿਆ, ਤੁਹਾਡੇ ਘਰ 'ਚ ਆ ਗਿਆ। ਤੁਸੀਂ ਤਾਂ ਜ਼ਹਿਰ ਲਏ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਦੇਣ ਲੱਗ ਗਏ ਨਜਾਇਜ਼ ਲਿਆ ਕੇ, ਫਿਰ ਉਹ ਭੋਗਣਾ ਹੀ ਪੈਣਾ ਆ, ਚਾਹੇ ਅੱਜ ਚਾਹੇ ਅਗਲੇ ਜਨਮ 'ਚ। ਇਹ ਰੱਬ ਦੇ ਉੱਤੇ ਹੈ। ਸੋ ਜਿਹੜੀਆਂ ਤਕੜੀਆਂ ਰੂਹਾਂ ਨੇ ਸੰਗਤ ਜੀ, ਕਈ ਵਾਰ ਅਸੀਂ ਦੇਖਦੇ ਹਾਂ ਨੇਕ ਰੂਹਾਂ, ਧਰਮੀ ਰੂਹਾਂ, ਬੜੇ ਕਸ਼ਟ ਉਹਨਾਂ ਦੇ ਜੀਵਨ ਦੇ ਵਿੱਚ, ਇਹ ਬੜੇ ਇਹ ਬਲੈਸਿੰਗਸ ਨੇ, ਉਹ ਲੈ ਕੇ ਆਉਂਦੇ ਨੇ ਉੱਪਰੋਂ, ਮੰਗ ਕੇ ਆਉਂਦੇ ਨੇ। ਉਹ ਕਹਿੰਦੇ ਨੇ ਸਾਨੂੰ ਸਾਰਾ ਦਿਖਾਇਆ ਜਾਂਦਾ, ਆ ਤੁਹਾਡਾ ਪਿਆ ਬਈ ਬੈਲੈਂਸ ਸ਼ੀਟ ਇੰਨਾ, ਉਹ ਕਹਿੰਦੇ ਨੇ ਵੀ ਸਾਨੂੰ ਪਲੀਜ਼ ਚਾਂਸ ਦਿਓ, ਧਰਤੀ ਦੇ ਉੱਤੇ ਭੇਜੋ।
ਤੇ ਇਹਨਾਂ ਨਾਲ ਜੋ ਹਿਸਾਬ ਕਿਤਾਬ ਪਏ ਨੇ, ਜਿਨ੍ਹਾਂ ਨੇ ਦੁੱਖ ਦੇਣੇ ਨੇ, ਜਿਨ੍ਹਾਂ ਨੇ ਸਾਨੂੰ ਅਪਮਾਨ ਕਰਨਾ, ਸਾਨੂੰ ਬਦਨਾਮ ਕਰਨਾ, ਸਾਨੂੰ ਧੋਖੇ ਦੇਣੇ ਆ, ਉਹ ਕਰ ਲੈਣ ਆ ਕੇ ਸਾਰੇ। ਤੇ ਅਸੀਂ ਭੋਗ ਲਈਏ ਤਾਂ ਕਿ ਸਾਡੀ ਪ੍ਰੋਗਰੈਸ ਹੋ ਜਾਵੇ, ਗਰੋਥ ਹੋ ਜਾਵੇ ਸਾਡੀ। ਪਰ ਇੱਕ ਇੱਥੇ ਧਰਤੀ ਦਾ ਕਾਨੂੰਨ ਹੈ, ਅਸੀਂ ਭੁੱਲ ਜਾਂਦੇ ਹਾਂ। ਇਹ ਇੱਥੇ ਦਾ ਕਾਨੂੰਨ ਹੈ, ਕਿਉਂਕਿ ਜੇ ਯਾਦ ਹੋਵੇ ਤਾਂ ਅਸੀਂ ਦੁਖੀ ਹੀ ਨਾ ਹੋਈਏ। ਫਿਰ ਤਾਂ ਕਹੀ ਆ ਵੀ ਲੈ ਜਾ, ਆ ਵੀ ਲੈ ਜਾ, ਫਟਾਫਟ ਪਹਿਲੇ ਦਿਨ ਹੀ ਸਾਰਾ ਨਿਬੇੜਨ ਨੂੰ ਕਰੀਏ। ਨਹੀਂ, ਉਹ ਫਿਰ ਕਾਨੂੰਨ ਆ, ਉਹਦੇ ਚੱਲਣਾ ਪੈਣਾ। ਇਹ ਜਿੱਦਾਂ ਕੋਈ ਗੇਮ ਹੁੰਦੀ ਆ, ਉਹਦੇ ਰੂਲਸ ਹੁੰਦੇ ਨਾ, ਬਸ ਫਿਰ ਇਹੀ ਜਿਹੜੀ ਸਾਡੀ ਜੀਵਨ ਦੀ ਖੇਡ ਆ, ਇਹਦੇ ਵਿੱਚ ਇਹ ਰੂਲਸ ਨੇ, ਅਸੀਂ ਭੁੱਲੇ ਆ। ਸੋ ਗੁਰੂ ਸਾਨੂੰ ਕਾਨੂੰਨ ਯਾਦ ਕਰਾਉਂਦੇ ਨੇ, ਬਸ ਉਹਨੂੰ ਮੰਨ ਲਈਏ ਅਸੀਂ, ਤੇ ਉਹਦੇ ਮੁਤਾਬਕ ਅਸੀਂ ਚੱਲਦੇ ਜਾਈਏ, ਤੇ ਸੌਖੀ ਹੈ ਜ਼ਿੰਦਗੀ। ਫਿਰ ਦੁੱਖ ਵਿੱਚ ਸੁੱਖ ਮਨਾਈ ਵਾਲੀ ਫਿਰ ਜ਼ਿੰਦਗੀ ਹੈ, ਨਹੀਂ ਤਾਂ ਦੁਖੀ ਰਵਾਂਗੇ ਅਸੀਂ। ਫਿਰ ਹੋਏਗਾ ਦੁੱਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਜਦੋਂ ਸੱਚੀ ਬਾਣੀ ਸੁਣ ਲਈ ਨਾ, ਹਾਂ, ਇਹ ਸੁਣ ਲਈ ਮਤਲਬ ਜਦੋਂ ਇਹਦੀ ਸਮਝ ਪੈਣ ਲੱਗ ਗਈ, ਜਦੋਂ ਇਹਦੇ ਮੁਤਾਬਕ ਚੱਲਣ ਲੱਗ ਗਿਆ, ਫਿਰ ਸਮਝ ਲਓ ਸੁਣ ਲਈ। ਆਪਾਂ ਕਹਿੰਦੇ ਤੂੰ ਮੇਰੀ ਗੱਲ ਧਿਆਨ ਨਾਲ ਨਹੀਂ ਸੁਣੀ, ਤਾਂ ਹੀ ਨਹੀਂ ਤੂੰ ਇਹ ਕੰਮ ਕੀਤਾ। ਧਿਆਨ ਨਾਲ ਨਹੀਂ ਸੀ ਤੂੰ ਸੁਣੀ ਮੇਰੀ ਗੱਲ, ਮੈਂ ਕੀ ਕਿਹਾ ਸੀ, ਤਾਂ ਹੀ ਤੇਰੇ ਕੋਲ ਇਹ ਗਲਤੀ ਹੋ ਗਈ। ਸੋ ਅਸੀਂ ਵੀ ਧਿਆਨ ਨਾਲ ਨਹੀਂ ਸੁਣਦੇ ਮਹਾਰਾਜ ਦੀ ਗੱਲ, ਫਿਰ ਗਲਤੀਆਂ ਅਸੀਂ ਕਰ ਲੈਂਦੇ ਹਾਂ। ਪਰ ਅਸੀਂ ਕੋਸ਼ਿਸ਼ ਕਰਨੀ ਆ ਸਾਰਿਆਂ ਨੇ ਰਲ ਮਿਲ ਕੇ ਉਪਰਾਲਾ ਕਰਨਾ ਵੀ ਅਸੀਂ ਧਿਆਨ ਨਾਲ ਸੁਣੀਏ, ਇਹਨੂੰ ਮੰਨੀਏ, ਔਰ ਚੱਲੀਏ, ਆਪਣੀ ਗਰੋਥ ਦੇ ਉੱਤੇ ਲੱਗ ਜਾਈਏ। ਉਦਮ ਅਸੀਂ ਕਰਨਾ, ਕਿਰਪਾ ਗੁਰੂ ਨੇ ਬਖਸ਼ਾਣੀ। ਇਹ ਹਮੇਸ਼ਾ ਯਾਦ ਰੱਖੀਏ, ਗੁਰੂ ਦੀ ਕਿਰਪਾ ਤੋਂ ਬਿਨਾਂ ਗੱਲ ਨਹੀਂ ਬਾਣੀ। ਹੋਰ ਇਸ ਧਰਤੀ ਦਾ ਕਾਨੂੰਨ ਹੈਗਾ ਅਰਦਾਸ, ਬੇਨਤੀ। ਇਹ ਅਟਲ ਕਾਨੂੰਨ ਆ। ਅਸੀਂ ਅਰਦਾਸ ਕਰਦੇ ਹਾਂ, ਦਿਲੋਂ ਕਰਦੇ ਹਾਂ, ਤੁਹਾਡੀ ਅਰਦਾਸ ਸੁਣੀ ਜਾਂਦੀ ਹੈ, ਤੁਹਾਡੀ ਹੈਲਪ ਹੁੰਦੀ ਹੈ। ਜਿਹੜੇ ਰੂਹਾਨੀਅਤ ਵੱਲ ਨੂੰ ਜਾਣਾ ਚਾਹੁੰਦੇ ਨੇ, ਉਹ ਅਰਦਾਸ, ਸਾਰਿਆਂ ਦਾ ਪਰਪਸ ਉਹੀ ਹੈ, ਜਾਣਾ ਚਾਹੁੰਦੇ ਨਹੀਂ, ਇਹ ਤੋਂ ਬਿਨਾਂ ਸਾਡਾ ਗੁਜ਼ਾਰਾ ਹੀ ਨਹੀਂ ਆ। ਬਾਰ-ਬਾਰ ਹੀ ਜਾਵਾਂਗੇ ਇੱਥੇ ਉਹੀ ਦੁੱਖ ਕਸ਼ਟ ਭੋਗਣ ਦੇ ਲਈ। ਸੋ ਹਿਸਾਬ ਕਿਤਾਬ ਸਾਡੇ ਛੇਤੀ ਜਿੰਨੇ ਕਲੀਅਰ ਹੋ ਜਾਣ ਵਧੀਆ। ਤੇ ਇਹਦੇ ਲਈ ਸਹਿਣ ਸ਼ਕਤੀ ਬਹੁਤ ਜ਼ਰੂਰੀ ਹੈ। ਸਹਿਣ ਜਿੰਨਾ ਸਹਿਣ ਕਰਦੇ ਜਾਵਾਂਗੇ, ਔਖਾ ਆ, ਸੌਖਾ ਥੋੜੀ ਹੈ, ਕਿਉਂਕਿ ਅਸੀਂ ਕਮਜ਼ੋਰ ਹਾਂ। ਸ਼ਕਤੀਸ਼ਾਲੀ ਰੂਹਾਂ ਜਿਹੜੀਆਂ ਸਹਿਣ ਕਰਦੀਆਂ। ਛੋਟੇ ਸਾਹਿਬਜ਼ਾਦੇ ਦੇਖੇ ਨਹੀਂ, ਜਿੰਨਾ ਅਸੀਂ ਸਾਡੇ ਰੋਮ ਰੋਮ ਚੋਂ ਇਤਿਹਾਸ ਸੁਣ ਸੁਣ ਕੇ ਵਸਿਆ ਹੋਇਆ, ਪਰ ਅਸੀਂ ਤਾਂ ਨੇੜੇ ਵੀ ਨਹੀਂ। ਇਸ ਕਰਕੇ ਉਹਨਾਂ ਨੂੰ ਅਸੀਂ ਬਾਬੇ ਮਹਾਂਪੁਰਖ, ਅਰਦਾਸ ਵਿੱਚ ਉਹਨਾਂ ਮਹਾਂਪੁਰਖਾਂ ਨੂੰ ਅਸੀਂ ਮੱਥੇ ਟੇਕਦੇ, ਉਹਨਾਂ ਨੂੰ ਯਾਦ ਕਰਦੇ। ਉਹ 40 ਮੁਕਤੇ ਜਿਹੜੇ ਨੇ, ਅਗਰ ਚਮਕੌਰ ਦੀ ਗੜੀ ਵਿੱਚ ਭੁੱਖੇ ਤਿਆਹੇ ਜਾਨ ਦੀ ਬਿਨਾਂ ਪਰਵਾਹ ਕੀਤੇ ਗੁਰੂ ਦਾ ਹੁਕਮ ਵਜਾਉਂਦੇ ਹੀ ਨਾ, ਅਸੀਂ ਉਹਨਾਂ ਨੂੰ 40 ਮੁਕਤੇ ਕਹਿਣਾ ਸੀ? ਉਹਨਾਂ ਤੋਂ ਸੀਸਾਂ ਲੈਣ ਵਾਲੇ ਬਣਨਾ ਸੀ ਵੀ ਹੈ। ਉਹ ਅੱਜ ਬਲੈਸਿੰਗਸ ਦੇਣ ਵਾਲੇ ਬਣ ਗਏ, ਉਹ ਸੀਸਾਂ ਦੇਣ ਵਾਲੇ ਹੋ ਗਏ। ਇਹ ਸਮਝ ਗਿਆ ਨਾ, ਇਹ ਪ੍ਰੋਗਰੈਸ ਹੁੰਦੀ ਹੈ ਰੂਹਾਂ ਦੀ। ਜਿਹੜੀਆਂ ਰੂ ਕਰੀ ਜਾਂਦੀਆਂ, ਪ੍ਰੋਗਰੈਸ ਨਹੀਂ ਹੁੰਦੀ ਉਹ। ਔਰ ਜਿਹੜੀਆਂ ਮਾੜੇ ਕੰਮ ਕਰਨ ਲੱਗ ਜਾਂਦੀਆਂ ਨੇ, ਬੁਰੇ ਕੰਮ ਕਰਦੀਆਂ ਨੇ, ਉਹ ਫਿਰ ਨੀਵੇਂ ਹੋਰ ਡਾਇਮੈਂਸ਼ਨਸ ਨੇ, ਉੱਥੇ ਉਹਨਾਂ ਨੂੰ ਭੇਜਿਆ ਜਾਂਦਾ। ਕਿਉਂਕਿ ਉੱਥੇ ਵੀ ਉਹ ਵੀ ਭਲੇ, ਰੱਬ ਜੋ ਕਰਦਾ ਭਲੇ ਲਈ ਕਰਦਾ। ਜਿਵੇਂ ਇੱਥੇ ਕਿਸੇ ਨੂੰ ਜੇਲ੍ਹ 'ਚ ਭੇਜ ਦਿੱਤਾ ਜਾਂਦਾ, ਗਵਰਨਮੈਂਟ ਉਹਨੂੰ ਜੇਲ੍ਹ 'ਚ ਥੋੜ੍ਹੀ ਸੁੱਟਣਾ ਚਾਹੁੰਦੀ ਹੈ ਵੀ ਆਪਣੀ ਪਨਿਸ਼ਮੈਂਟ ਕੱਟੇ, ਫਿਰ ਵਾਪਸ ਆ ਕੇ ਫ੍ਰੀ ਹੋ ਕੇ ਫਿਰੇ। ਸੋ ਇਵੇਂ ਹੀ ਉਸ ਉਹਨਾਂ ਡਾਇਮੈਂਸ਼ਨਸ ਵਿੱਚ ਸਾਨੂੰ ਭੇਜਣ ਦਾ ਪਰਪਸ ਹੁੰਦਾ ਵੀ ਆਪਣਾ ਲੈਸਨਸ ਲਵੇ, ਤੌਬਾ ਕਰੇ, ਹੁਣ ਨਹੀਂ ਇਹ ਕੰਮ ਕਰਨੇ, ਤਾਂ ਫਿਰ ਬਾਹਰ ਆ ਕੇ ਇੱਕ ਅੱਛਾ ਇਨਸਾਨ ਬਣ ਕੇ ਜੀਵੇ। ਤਾਂ ਇਹ ਜਿਹੜੇ ਦੁੱਖ ਨੇ, ਇਹ ਸਾਡੇ ਲਈ ਬਲੈਸਿੰਗਸ ਨੇ, ਇਹ ਦਾਰੂ ਨੇ, ਇਹ ਸਿੱਖਿਆਵਾਂ ਲੈ ਕੇ ਆਉਂਦੇ ਨੇ, ਔਰ ਇਹਨਾਂ ਨੂੰ ਅਸੀਂ ਸਵੀਕਾਰ ਕਰਨਾ, ਆਪਣੀ ਰਿਸਪੌਂਸਿਬਿਲਿਟੀ ਲੈਣੀ ਹੈ। ਮੈਂ ਬਾਰ-ਬਾਰ ਰਿਪੀਟ ਕਰ ਰਹੀ ਹਾਂ, ਅਸੀਂ ਆਪਣੀ ਰਿਸਪੌਂਸਿਬਿਲਿਟੀ ਨਹੀਂ ਲੈਂਦੇ, ਦੂਸਰਿਆਂ ਨੂੰ ਦੋਸ਼, ਸੋਸਾਇਟੀ ਨੂੰ ਦੋਸ਼, ਮਾਤਾ ਪਿਤਾ ਨੂੰ ਦੋਸ਼, ਸਿਸਟਮ ਨੂੰ ਦੋਸ਼, ਰੱਬ ਨੂੰ ਦੋਸ਼ ਦਿੰਦੇ ਹਾਂ। ਨਹੀਂ, ਮੈਂ ਹੀ ਰਿਸਪੌਂਸਿਬਲ ਹਾਂ। ਔਰ ਉਸ ਤੋਂ ਬਾਅਦ ਟਰਾਂਸਫੋਰਮੇਸ਼ਨ, ਮੈਂ ਹੀ ਬਦਲਣਾ ਸੀ ਆਪਣੇ ਆਪ ਨੂੰ। ਮੈਂ ਸੰਸਾਰ ਨੂੰ ਬਦਲਣ ਲੱਗ ਗਿਆ, ਨਹੀਂ, ਮੈਂ ਆਪਣੇ ਆਪ ਨੂੰ ਬਦਲਣਾ। ਹਾਂ, ਇਹਦਾ ਮਤਲਬ ਇਹ ਨਹੀਂ ਕਿ ਅਸੀਂ ਕਿਸੇ ਦੀ ਹੈਲਪ ਨਹੀਂ ਕਰਨੀ, ਦੂਸਰੇ ਨੂੰ ਵੀ ਅਸੀਂ ਚਾਹਾਂਗੇ ਉਹਨਾਂ ਦੇ ਵੀ ਪ੍ਰੋਗਰੈਸ ਹੋ ਜਾਵੇ। ਉਹ ਸਾਡਾ ਪਰਪਸ ਨੇਕ ਹੁੰਦਾ ਹੈ। ਤਾਂ ਜਦੋਂ ਤੁਸੀਂ ਪੁਆਇੰਟ ਆਊਟ ਕਰਦੇ, ਸਾਡਾ ਨੇਕ ਨਹੀਂ ਹੁੰਦਾ, ਦੂਸਰੇ ਨੇ ਨੁਕਸ ਕੱਢਣੇ, ਔਗਣ ਕੱਢਣੇ ਸਾਡਾ ਪਰਪਸ ਹੁੰਦਾ। ਉਹ ਅਸੀਂ ਹੋਰ ਮੈਲੇ ਹੁੰਦੇ ਚੱਲੇ ਜਾਂਦੇ, ਕਿਉਂਕਿ ਉਹਦੀ ਮੈਲ ਤੇ ਹੀ ਫੋਕਸ ਕਰੀ ਜਾਂਦੇ ਹਾਂ। ਤਾਂ ਗੁਰੂ ਮਹਾਰਾਜ ਨੇ ਰੱਬੀ ਕਾਨੂੰਨ ਹੋਰ ਦੱਸ ਦਿੱਤਾ, ਗੁਣਾਂ ਦੀ ਸਾਂਝ ਪਾਓ।
ਇਹ ਦੇਖੋ ਇਹ ਕਿੰਨੇ ਪਿਆਰੇ ਫਾਰਮੂਲੇ ਨੇ, ਇੰਨੇ ਨੇ, ਯੂਨੀਵਰਸਲ ਨੇ ਜਿਹੜੇ ਸਾਡੇ ਕੋਲ ਨੇ। ਬਹੁਤ ਅੱਜ ਸੰਗਤ ਜੀ ਬੁੱਕਸ ਆ ਗਈਆਂ ਜਿਹੜੇ ਕਿ ਸਪਿਰਿਚੁਅਲ ਮਾਸਟਰਸ ਨੇ, ਉਹ ਬਹੁਤ ਸਾਰੇ ਲਿਖਣ ਵਾਲਿਆਂ ਨੂੰ ਜਾਂ ਕਿਸੇ ਵੀ ਤਰ੍ਹਾਂ ਆਪਣੇ ਸੁਨੇਹੇ ਦੇ ਕੇ ਲਿਖਦੇ ਨੇ। ਮੈਨੂੰ ਕਾਫੀ ਪੜ੍ਹਨ ਦਾ ਚਾਂਸ ਮਿਲਿਆ, ਪਰ ਉਹਨਾਂ ਵਿੱਚ ਥੋੜੇ ਰੱਬੀ ਕਾਨੂੰਨ ਦੱਸੇ ਗਏ, ਥੋੜੇ ਜਿੰਨਾ ਕਿ ਵੀ ਉਹ ਮਾਸਟਰ ਕਿਸੇ ਨੂੰ ਸੁਨੇਹਾ ਦੇ ਪਾਏ। ਲੇਕਿਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਬਾਕੀ ਹੋਰ ਗ੍ਰੰਥ ਵੀ ਹੋਣਗੇ ਕਿਉਂਕਿ ਮੈਂ ਪੜ੍ਹੇ ਨਹੀਂ, ਉਹਨਾਂ ਵਿੱਚ ਵੀ ਜਿੱਦਾਂ ਮਹਾਰਾਜ ਨੇ ਕਿਹਾ ਵੇਦ ਕਿਤੇ ਕਹੋ ਮਤ ਝੂਠੇ, ਝੂਠਾ ਜੋ ਨਾ ਵਿਚਾਰੇ, ਹੈ ਨਾ। ਸੋ ਜਿਹੜਾ ਵਿਚਾਰ ਨਹੀਂ ਕਰਦਾ ਉਹ ਝੂਠਾ, ਇਹ ਗ੍ਰੰਥ ਝੂਠੇ ਨਹੀਂ, ਇਹ ਰੱਬੀ ਕਾਨੂੰਨ ਸਾਨੂੰ ਦੱਸਣ ਲਈ ਆਉਂਦੇ ਨੇ। ਜੁਗਾਂ ਤੋਂ ਆਏ ਨੇ ਸਾਡੇ ਲਈ ਕਾਨੂੰਨ। ਇਹ ਕਲਯੁਗ ਵਿੱਚ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਜਿਹੜਾ, ਗੁਰੂ ਅਰਜਨ ਦੇਵ ਜੀ ਨੇ ਜਿਹੜਾ ਬਾਣੀ ਦਾ ਬੋਹਿਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਨੂੰ ਦੇ ਦਿੱਤੇ, ਇੱਕ ਐਡਾ ਵੱਡਾ ਥਾਲ ਪਰੋਸ ਦਿੱਤਾ ਸਾਡੇ ਲਈ, ਆਤਮਿਕ ਤਰੱਕੀਆਂ ਦੇ ਲਈ, ਰੱਬ ਨੂੰ ਮਿਲਣ ਦੇ ਲਈ, ਮੈਲਾ ਉਤਾਰਨ ਦੇ ਲਈ, ਹਲਕੇ ਹੋਣ ਦੇ ਲਈ, ਖਾਲਸ ਹੋਣ ਦੇ ਲਈ। ਇਹ ਸਾਰੇ ਹੀ ਪਹਿਲੂ ਨੇ, ਸਾਰੇ ਹੀ ਕਾਨੂੰਨ ਨੇ, ਕੋਈ ਹੈ ਹੀ ਨਹੀਂ ਜਿਸ ਤੇ ਨਾ ਚਰਚਾ ਕੀਤੀ ਹੋਵੇ, ਜਿਹਦਾ ਨਾ ਸਾਨੂੰ ਗਿਆਨ ਦਿੱਤਾ ਹੋਵੇ। ਸੋ ਅਸੀਂ ਵਿਚਾਰੀਏ, ਬਾਣੀ ਨੂੰ ਪੜ੍ਹੀਏ। ਅੱਗੇ ਵੀ ਸੰਗਤਾਂ ਨੂੰ ਬੇਨਤੀ ਕੀਤੀ ਸੀ ਕਿ ਸਹਿਜ ਪਾਠ ਵਿਦ ਮੀਨਿੰਗ ਸ਼ੁਰੂ ਕਰ ਲਿਆ ਜਾਵੇ। ਸੋ ਹੌਲੀ ਪੜ੍ਹੀਏ, ਉਹਦੇ ਵਿੱਚ ਦੇਖੀਏ ਵੀ ਇਹਦੇ 'ਚ ਮੈਨੂੰ ਕੀ ਸਮਝਾਇਆ ਗਿਆ, ਉਹਨੂੰ ਨੋਟ ਕਰ ਲਿਆ ਜਾਵੇ ਡਾਇਰੀ ਪੈਨ ਦੇ ਉੱਤੇ ਚੱਲਣ ਦੀ ਕੋਸ਼ਿਸ਼ ਕੀਤੀ ਜਾਵੇ। ਜ਼ਰੂਰੀ ਨਹੀਂ ਅਸੀਂ ਪਹਿਲੇ ਦਿਨ ਹੀ ਚੱਲ ਪੈਣਾ, ਕਿਉਂਕਿ ਸਾਡੀਆਂ ਆਦਤਾਂ ਵੀ ਬਣੀਆਂ ਆ। ਫਿਰ ਨਾਮ ਜਪ ਕੇ, ਗੁਰੂ ਮਹਾਰਾਜ ਦੇ ਚਰਨਾਂ 'ਚ ਬੇਨਤੀ ਕਰਕੇ ਆਪਣੀ ਪ੍ਰੋਗਰੈਸ ਦੇ ਉੱਤੇ ਫੋਕਸ ਕਰੀ ਜਾਣਾ। ਸੋ ਨਹੀਂ ਕਿਸੇ ਦਾ ਗੁਰੂ ਗ੍ਰੰਥ ਸਾਹਿਬ ਜੀ ਪੂਰਾ ਕਰਨ ਨੂੰ ਮਨ ਹਾਲੇ ਕਰ ਰਿਹਾ, ਇਕੱਲੀ ਜਪਜੀ ਸਾਹਿਬ ਦਾ ਹੀ ਸ਼ੁਰੂ ਕਰ ਲਓ, ਫਿਰ ਅਗਲੀ ਬਾਣੀ ਸ਼ੁਰੂ ਕਰ ਲਈਏ। ਫਿਰ ਇਵੇਂ ਉਹ ਹੌਲੀ ਕਰਕੇ ਜਿਵੇਂ ਲੱਗੇ ਨਾ ਉਹ ਤਾਂ ਬਹੁਤ ਵੱਡੀ ਬਾਣੀ ਆ, ਥੋੜਾ ਹੀ ਸ਼ੁਰੂ ਕਰ ਲਓ ਤਾਂ ਕਿ ਚੱਲੀਏ। ਜਦੋਂ ਚੱਲਾਂਗੇ ਨਾ ਫਿਰ ਕਮਾਲ ਹੋਣੀ ਸ਼ੁਰੂ ਹੋ ਜਾਏਗੀ ਜੀਵਨ ਦੇ ਵਿੱਚ। ਫਿਰ ਤੁਹਾਨੂੰ ਆਪਣੇ ਤੋਂ ਇੱਕ ਖੁਸ਼ਬੂ ਆਉਣੀ ਸ਼ੁਰੂ ਹੋ ਜਾਵੇਗੀ ਜਦੋਂ ਆਪਾਂ ਸਿੱਖਦੇ ਹਾਂ ਜ਼ਿੰਦਗੀ ਦੇ ਵਿੱਚ। ਇੱਕ ਤਾਂ ਅਸੀਂ ਬਾਹਰਲਾ ਸਿੱਖੀ ਜਾਂਦੇ ਨਾ, ਬਾਹਰਲੀ ਪੜ੍ਹਾਈ ਐਜੂਕੇਸ਼ਨ, ਉਹ ਠੀਕ ਹੈ, ਸੰਸਾਰ ਲਈ ਸਾਨੂੰ ਜ਼ਰੂਰਤ ਹੈ। ਅਸਲੀ ਪੜ੍ਹਾਈ ਸਾਡੀ ਜਿਹੜਾ ਸੱਚਾ ਗਿਆਨ ਹੈ ਵੀ ਅਸੀਂ ਕੌਣ ਆ, ਸਾਡਾ ਪਰਪਸ ਕੀ ਹੈ, ਅਸੀਂ ਕਰਮ ਕਿਹੋ ਜਿਹੇ ਕਰਨੇ ਨੇ, ਅਸੀਂ ਸੋਚ ਕਿਹੋ ਜਿਹੀ ਰੱਖਣੀ ਹੈ, ਸਾਡਾ ਜੀਵਨ ਕਿਹੋ ਜਿਹਾ ਹੋਣਾ ਚਾਹੀਦਾ ਹੈ, ਉਹ ਜਿਹੜਾ ਉਹਦੇ ਉੱਤੇ ਅਸੀਂ ਫੋਕਸ ਕਰਕੇ ਫਿਰ ਅਸੀਂ ਸੰਗਤ ਕਰਨੀ, ਨਾਮ ਜਪਣਾ, ਵਾਹਿਗੁਰੂ ਜੀ ਦੇ ਨਾਲ ਜੁੜਨਾ, ਉਹਦੇ ਪ੍ਰੇਮ ਦੇ ਵਿੱਚ ਰਹਿਣਾ, ਉਹਦੇ ਪ੍ਰੇਮ ਦੇ ਵਿੱਚ ਜਿਹੜਾ ਮਹਾਰਾਜ ਜਪਜੀ ਸਾਹਿਬ 'ਚ ਸਾਰੇ ਕਾਨੂੰਨ ਹੈਗੇ। ਬਾਕੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਵਿਸਥਾਰ ਆ। ਮਹਾਰਾਜ ਕਹਿੰਦੇ ਮੈਲਾਂ ਕਿਵੇਂ ਉਤਾਰਨੀਆਂ ਨੇ, ਭਰੀਐ ਮਤ ਪਾਪਾਂ ਕੈ ਸੰਗ, ਉਹ ਤੋਂ ਪਹਿਨਾ ਮੈਂ ਕਹਿ ਰੰਗ। ਨਾਮ ਦੇ ਰੰਗ ਵਿੱਚ, ਰੱਬ ਦੇ ਪ੍ਰੇਮ ਵਿੱਚ ਤੂੰ ਰੰਗੀ ਜਾ, ਤੇਰੀਆਂ ਮੈਲਾਂ ਉਤਰ ਜਾਣਗੀਆਂ। ਕਿੰਨਾ ਸਿੰਪਲ ਫਾਰਮੂਲਾ, ਪਰ ਹੈ ਔਖਾ। ਸਮਝਾ ਦਿੱਤਾ ਸੌਖੇ ਤਰੀਕੇ ਨਾਲ, ਹੈ ਬੜਾ ਔਖਾ। ਉਹਦੇ ਰੰਗ ਵਿੱਚ ਕਿੱਥੇ ਰੰਗਿਆ ਜਾਂਦਾ। ਆਪਾਂ ਤਾਂ ਰੰਗਦੇ ਦੂਸਰੇ ਦੇ ਰੰਗ ਵਿੱਚ, ਕੋਈ ਪਤੀ ਦੇ ਰੰਗ ਵਿੱਚ, ਕੋਈ ਪਤਨੀ ਦੇ ਰੰਗ ਵਿੱਚ, ਕੋਈ ਮੈਲੇ ਰੰਗ ਵਿੱਚ, ਕੋਈ ਚੁਗਲੀ ਨਿੰਦਿਆ ਦੇ ਰੰਗ ਵਿੱਚ, ਕੋਈ ਮੈਂ ਵੀ ਉਹਨਾਂ ਨਾਲ ਬੁਰਾ ਕਰਾਂ। ਅਸੀਂ ਤਾਂ ਇਦਾਂ ਦੇ ਰੰਗ 'ਚ ਰੰਗੇ ਪਏ ਹਾਂ। ਤੋ ਅਸੀਂ ਇਹ ਹੁਣ ਮੈਲੇ ਰੰਗਾਂ ਨੂੰ ਛੱਡ ਕੇ ਸੱਚੇ ਰੰਗ ਵਿੱਚ ਰੰਗਣ ਦੇ ਲਈ ਅਸੀਂ ਸਾਰਿਆਂ ਨੇ ਲੱਗਣਾ ਵੱਧ ਤੋਂ ਵੱਧ ਸੰਗਤ ਜੀ। ਜਿੱਦਾਂ ਕਹਿੰਦੇ ਨੇ ਨਾ, ਕਮਰ ਕੱਸੇ ਕੱਸ ਲਓ, ਹੁਣ ਕੱਸ ਲਈਏ ਕਮਰ ਕੱਸੇ, ਬਾਰ ਹੀ ਆਈ ਜਾਣਾ ਇੱਥੇ ਹੀ ਆਪਾਂ। ਹਾਇਰ ਡਾਇਮੈਂਸ਼ਨ 'ਚ ਜਾ ਕੇ ਚਲੋ ਫਿਰ ਕੁਛ ਰਹਿ ਗਿਆ ਤਾਂ ਫਿਰ ਤਾਂ ਆਉਣਾ ਚੰਗਾ ਵੀ ਲੱਗੇਗਾ, ਹੈ ਨਾ। ਸੋ ਇਹ ਤੋਂ ਨੀਵੇਂ ਵੀ ਜਾ ਸਕਦੇ ਹਾਂ। ਇਸ ਕਰਕੇ ਸਾਰਿਆਂ ਨੂੰ ਪਿਆਰ ਕਰੀਏ, ਸਾਰਿਆਂ ਦੇ ਭਲਾ ਅੰਦਰੋਂ ਹੋਵੇ ਸਾਡੇ ਕੋਲ, ਹੈ ਨਾ। ਕਿਸੇ ਦੇ ਔਗਣ ਨਹੀਂ ਦੇਖਣੇ, ਕਿਸੇ ਦੀਆਂ ਬੁਰਾਈਆਂ ਤੇ ਫੋਕਸ ਨਹੀਂ ਕਰਨਾ। ਔਗਣ ਦੇਖਣੇ ਹੋਣ ਆਪਣੇ ਦੇਖਾਂਗੇ, ਗੁਣ ਦੇਖਾਂ ਹੋਣਗੇ ਸਾਹਮਣੇ ਵਾਲੇ ਦੇ ਦੇਖਾਂਗੇ, ਔਰ ਨਾਮ ਬਾਣੀ ਨਾਲ ਜੁੜੀਏ। ਨਾਮ ਜਪ ਕੇ ਆਪਣਾ, ਮਹਾਰਾਜ ਕਹਿੰਦੇ ਜਿਹੜੀਆਂ ਤੇਰੀਆਂ ਮੈਲਾਂ ਨੇ ਨਾ, ਇਹਨਾਂ ਨੂੰ ਕਿਵੇਂ ਦੂਰ ਕਰੇਗਾ। ਪਾਪੜਿਆਂ ਪਾਸ਼ਾੜ ਬਾਣ ਸਚਾਵਾ ਸੰਨ ਕੇ, ਤੀਰ ਮਾਰ, ਜਿਵੇਂ ਉਹ ਤੀਰ ਅੰਦਾਜ਼ ਤੀਰ ਮਾਰਦਾ ਨਾ ਆਪਣੇ ਨਿਸ਼ਾਨੇ ਦੇ ਉੱਤੇ, ਮਹਾਰਾਜ ਕਹਿੰਦੇ ਤੂੰ ਵੀ ਕਰ, ਆਪਣੇ ਪਾਪ ਦੇ ਉੱਤੇ ਤੀਰ ਮਾਰ, ਨਾਮ ਦਾ, ਗੁਰੂ ਦੇ ਗਿਆਨ ਦਾ। ਕਿਹੜਾ ਮਾਰ ਤੀਰ? ਗੁਰ ਮੰਤਰ ਰਾ ਚਿਤਾਰ, ਨਾਨਕ ਦੁੱਖ ਨਾ ਥੀ ਪਈ। ਤੈਨੂੰ ਦੁੱਖ ਆਉਣਗੇ ਹੀ ਨਹੀਂ। ਆਪਣੀ ਮੈਲ ਤੇ ਫੋਕਸ ਕਰ, ਗੁਰੂ ਦੇ ਆ ਗੁਰਮੰਤਰਾਂ ਤੇ ਅਸੀਂ ਵਿਚਾਰ ਕਰ ਰਹੇ ਹਾਂ। ਸਾਰਾ ਗੁਰੂ ਦਾ ਗਿਆਨ ਗੁਰੂ ਦਾ ਮੰਤਰ ਆ, ਵਾਹਿਗੁਰੂ ਵੀ ਗੁਰੂ ਦਾ ਮੰਤਰ ਆ, ਸਾਰਾ ਗਿਆਨ ਵੀ ਗੁਰੂ ਦਾ ਮੰਤਰ ਆ। ਸੋ ਇਹਨੂੰ ਚਿਤਾਰ, ਇਹਨੂੰ ਯਾਦ ਰੱਖ, ਗੁਰੂ ਦੇ ਮੰਤਰ ਨੂੰ, ਗੁਰੂ ਦੇ ਗਿਆਨ ਨੂੰ। ਪਾਪਾਂ ਦੇ ਉੱਤੇ ਮਾਰ ਤੀਰ, ਬਾਣ ਸਚਾਵਾ ਸੰਨ ਕੇ, ਜਿਵੇਂ ਤੀਰ ਅੰਜ਼ਾਰ ਹੈ ਨਿਸ਼ਾਨਾ ਬੰਨ ਕੇ ਮਾਰਦਾ। ਮਤਲਬ ਕਹਿਣ ਦਾ, ਆਪਣੇ ਔਗਣ, ਆਪਣੀ ਮੈਲ ਤੇ ਫੋਕਸ ਕਰਕੇ ਉਹਨੂੰ ਦੂਰ ਕਰ, ਗੁਰੂ ਦਾ ਗਿਆਨ ਲੈ ਕੇ।
ਤਾਂ ਨਾਨਕ ਦੁੱਖ ਨਾ ਥੀਵੀ, ਤੂੰ ਦੁਖੀ ਨਹੀਂ ਫਿਰ ਹੋਵੇਂਗਾ, ਦੁੱਖ ਤੈਨੂੰ ਰਹੇਗਾ ਹੀ ਨਹੀਂ। ਸੋ ਜਦੋਂ ਵੀ ਸਾਡੀ ਟਰਾਂਸਫਾਰਮੇਸ਼ਨ ਹੋਣੀ ਸ਼ੁਰੂ ਹੋ ਗਈ, ਅਸੀਂ ਪਿਓਰਿਟੀ ਵੱਲ ਨੂੰ ਵਧਣ ਲੱਗ ਗਏ, ਸਾਡਾ ਸੁਭਾਅ ਬਦਲਣ ਲੱਗ ਗਿਆ, ਇਹ ਦੁੱਖ ਵੀ ਬਾਏ-ਬਾਏ ਹੋਣ ਲੱਗ ਜਾਣਗੇ। ਇਹ ਹੈ ਹੀ ਸਾਡੀ ਸਿੱਖਿਆ ਦੇਣ ਦੇ ਲਈ, ਸਾਡੇ ਕਰਮ ਕਲੀਅਰ ਕਰਨ ਦੇ ਲਈ ਹੈ। ਅਸੀਂ ਇੱਧਰ ਨੂੰ ਲੱਗੀਏ ਸੰਗਤ ਜੀ। ਔਰ ਪਰਿਵਾਰ ਵਿੱਚ ਜਿੰਨੇ ਵੀ ਸਾਨੂੰ ਰਿਸ਼ਤੇਦਾਰ ਮਿੱਤਰ ਮਿਲੇ ਨੇ, ਇਹਨਾਂ ਦੀ ਔਗਣ ਬੁਰਾਈਆਂ ਦੇਖਣ ਦੀ ਬਜਾਏ ਇਹਨਾਂ ਦੇ ਨਾਲ ਅਸੀਂ ਪ੍ਰੇਮ ਕਰੀਏ, ਉਹਨਾਂ ਦੇ ਸੁਭਾਅ ਨੂੰ ਸਹਿਣ ਵੀ ਕਰੀਏ, ਫਿਰ ਰਲ ਮਿਲ ਕੇ ਪ੍ਰੇਮ ਦੇ ਨਾਲ ਉਹਨਾਂ ਦਾ ਵੀ ਬਦਲੇ, ਸਾਡਾ ਵੀ ਬਦਲੇ। ਮਾਰੇ ਕਹਿੰਦੇ ਮਾਤ ਪਿਤਾ ਬਨਿਤਾ ਸੁਤ ਬੰਧਪ ਇਸ਼ਟ ਮੀਤ ਔਰ ਭਾਈ, ਪੂਰਵ ਜਨਮ ਕੇ ਮਿਲੇ ਸੰਜੋਗੀ ਅੰਤੇ ਕੋ ਨਾ ਸਹਾਈ। ਇਹ ਸਭ ਪੂਰਬਲੇ ਜਨਮਾਂ ਦੇ ਮਿਲੇ ਨੇ, ਅੰਤ ਵੇਲੇ ਕਿਸੇ ਨੇ ਵੀ ਸਹਾਈ ਨਹੀਂ ਹੋਣਾ ਸੰਗਤ ਜੀ। ਸੋ ਆਪਣੇ ਆਪ ਤੇ ਫੋਕਸ ਕਰੀਏ। ਬਹੁਤ ਬਹੁਤ ਧੰਨਵਾਦ ਸਾਰੀਆਂ ਸੰਗਤਾਂ ਦਾ। ਹੋਈਆਂ ਭੁੱਲਾਂ ਗਲਤੀਆਂ ਬਖਸ਼ ਦੇਣੀਆਂ। ਗੁਰੂ ਸਾਹਿਬ ਜੀ ਆਪਣੇ ਗਿਆਨ ਦੇ, ਆਪਣੇ ਪ੍ਰੇਮ ਦੇ ਰੰਗ ਵਿੱਚ ਸਾਨੂੰ ਸਾਰਿਆਂ ਨੂੰ ਰੰਗ ਲੈਣ, ਤਾਂ ਕਿ ਅਸੀਂ ਵੀ ਪਰਮਾਤਮਾ ਵਿੱਚ ਅਭੇਦ ਹੋ ਜਾਈਏ। ਇਹ ਸਾਡੀ ਸਾਰੀ ਸੰਗਤ ਦੀ ਅਰਦਾਸ ਬੇਨਤੀ। ਭੁੱਲਾਂ ਗਲਤੀਆਂ ਬਖਸ਼ ਦੇਣੀਆਂ ਸੰਗਤ ਜੀ। ਹਿਰਦੇ ਦੀਆਂ ਗਹਿਰਾਈਆਂ ਤੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਫਤਿਹ।